Hi, this is Priyanka Chopra and you're watching Channel Y. The biggest South Asian media group, Y Media. Y Media Group, established in 2001, is a media company with a 360-degree approach in reaching our audience over 5 platforms: television, radio, newspaper, online news portal, and mobile app. Y Media has newspaper, midweek, radio, South Asian pop. Hi, I'm Amitabh Bachchan, and you're listening to South Asian Pulse. Hi, this is Amir Khan, and you're listening to South Asian Pulse. अब हर दिन सुने GTA का नंबर 1 रेडियो स्टेशन FM 91.9 All English 24/7 television network and Y Media Plus. You are watching Channel Y. Channel Y. Prime Minister, welcome. It's a pleasure to be here. It's a pleasure to be back. Online, SouthAsianDaily.com. The biggest South Asian media group, Y Media. Hello everyone, my name is Yudhir Jaswal. I'm the group editor at Y Media. Y Media Group ਵੱਲੋਂ ਤੁਹਾਡੇ ਸਾਰਿਆਂ ਦਾ ਚੈਨਲ Y ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ Y Media ਮੈਂ ਯੁਧੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅਸੀਂ ਸਾਰੇ ਦੇਖ ਰਹੇ ਹਾਂ ਕਿ ਪੰਜਾਬੀ ਸਿਨੇਮਾ ਕਿਸ ਤਰੀਕੇ ਦੇ ਨਾਲ ਟ੍ਰਾਂਜੀਸ਼ਨ ਹੋ ਰਿਹਾ ਹੈ ਔਰ ਅੱਜ ਨੈਟਫਲਿਕਸ, ਐਮਾਜ਼ਨ ਪ੍ਰਾਈਮ ਔਰ ਇਸ ਦੌਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹਿੰਦੀ ਮੂਵੀਜ਼ ਵੀ ਆ ਰਹੀਆਂ ਉਹਨਾਂ ਦੇ ਸਾਹਮਣੇ ਵੀ ਬਹੁਤ ਸਾਰੇ ਚੈਲੰਜਸ ਆ ਰਹੇ ਨੇ। ਸੋ ਇਸ ਬਦਲਦੇ ਹੋਏ ਦੌਰ ਦੇ ਵਿੱਚ ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ 2 ਖਾਸ ਮਹਿਮਾਨ ਅੱਜ ਸਾਡੇ ਸਟੂਡੀਓ 'ਚ ਆਏ ਨੇ, ਉਹਦੇ ਨਾਲ ਗੱਲਬਾਤ ਕਰਾਂਗੇ। ਨਾ ਸਿਰਫ ਐਂਟਰਟੇਨਮੈਂਟ ਇੰਡਸਟਰੀ ਦੀ ਬਲਕਿ ਖਾਸ ਮੂਵੀ ਜਿਹੜੀ ਆਉਣ ਵਾਲੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਹਿੰਦੀ ਮੂਵੀਜ਼ ਦੇ ਜਾਣੇ ਮਾਣੇ ਸਟਾਰ ਔਰ ਪੰਜਾਬੀ ਮੂਵੀਜ਼ ਦੇ ਜਾਣੇ ਮਾਣੇ ਸਟਾਰ ਕੁਲਰਾਜ ਰੰਧਾਵਾ ਜੀ ਸਾਡੇ ਨਾਲ ਨੇ। ਕੁਲਰਾਜ ਜੀ, ਅ ਵੈਰੀ ਵਾਰਮ ਵੈਲਕਮ ਔਨ ਵਾਈ ਮੀਡੀਆ। ਹਾਊ ਆਰ ਯੂ? ਥੈਂਕ ਯੂ ਸੋ ਮਚ ਯੁਧੀਰ ਜੀ, ਤੁਹਾਡਾ ਬਹੁਤ-ਬਹੁਤ ਥੈਂਕ ਯੂ, ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਸ਼ੋਅ ਤੇ। ਯੂ ਆਰ ਵੈਰੀ ਵੈਲਕਮ। ਔਰ ਸਾਡੇ ਨਾਲ ਸ਼ੋਅ ਬਿਜ਼ਨਸ ਦੇ ਬਹੁਤ ਮਸ਼ਹੂਰ ਸਟਾਰ ਵਰਿੰਦਰ ਜੀ, ਤੁਹਾਡਾ ਵੀ ਵਾਈ ਮੀਡੀਆ ਤੇ ਬਹੁਤ-ਬਹੁਤ ਸਵਾਗਤ ਹੈ ਸਰ। ਥੈਂਕ ਯੂ ਸਰ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਸਾਨੂੰ ਇੱਥੇ ਲੈ ਕੇ ਆਉਣ ਲਈ ਜੀ। ਥੈਂਕ ਯੂ। ਯੂ ਆਰ ਵੈਰੀ ਵੈਲਕਮ। ਕੁਲਰਾਜ ਜੀ, ਆਲ ਸਟਾਰਟ ਵਿਦ ਯੂ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਇੰਨਾ ਲੰਬਾ ਅਰਸਾ ਤੁਸੀਂ ਰਹੇ ਹੋ ਐਸ ਫਾਰ ਐਜ਼ ਐਂਟਰਟੇਨਮੈਂਟ ਇੰਡਸਟਰੀ ਇਜ਼ ਕੰਸਰਨ ਔਰ ਲੋਕ ਤੁਹਾਨੂੰ ਪਸੰਦ ਵੀ ਕਰਦੇ ਨੇ, ਚਾਹੇ ਉਹ ਟੀਵੀ ਦੇ ਵਿੱਚ ਅਸੀਂ ਦੇਖਿਆ ਜਾਂ ਹਿੰਦੀ ਮੂਵੀਜ਼ ਦੇਖਿਆ ਜਾਂ ਪੰਜਾਬੀ ਮੂਵੀਜ਼ ਦੇਖਿਆ, ਲੇਕਿਨ ਤੁਸੀਂ ਆਫ ਐਂਡ ਔਨ ਆਉਂਦੇ ਹੋ, ਐਸਾ ਕਿਉਂ? ऐसी जी वैसी कोई खास गल नहीं है कि मैं क्यों मतलब अपना टाइम लेनी, बट मैं हमेशा सिलेक्टिव रही हाँ अपने कम च लैके। सो जदों भी कोई स्क्रिप्ट्स आंदियां ने या कोई टॉपिक आंदा है वो बड़ी सोच समझ के विचार के टीम वेख कर कि कौन कौन की कर रहे, मेरे किरदार का की उत्थे रोल हैगा उस फिल्म च स्क्रिप्ट च, वो सारी चीज़ां वेख के जदों लगदा कि नहीं ये फिल्म करनी चाहिए ते तां फिर करी दी हैगी जी। ठीक है। With the advancement as far as OTT platforms is concerned, do you think it has added value or it has become a challenge for the big screen? I think most definitely it's a very interesting medium which has come because I believe when there is competition, there is a lot of more content which comes in. So competition is always healthy. At the same time, we have also understood what the audience wants and what's the need of the hour. So that pushes and challenges all of us to do better things, better subjects and better filmmaking. Alright. ਵਰਿੰਦਰ ਜੀ, ਤੁਸੀਂ ਕੀ ਦੇਖਦੇ ਹੋ? ਕੋਵਿਡ ਆਇਆ ਤੇ ਔਰ ਕੋਵਿਡ ਤੋਂ ਬਾਅਦ ਦੁਬਾਰਾ ਤੋਂ ਫਿਰ ਸ਼ੋਜ਼ ਆਉਣੇ ਸ਼ੁਰੂ ਹੋ ਗਏ। ਤੁਸੀਂ ਐਜ਼ ਅ ਪ੍ਰਮੋਟਰ ਮੂਵੀਜ਼ ਵੀ ਪ੍ਰਮੋਟ ਕਰਦੇ ਹੋ, ਸ਼ੋਜ਼ ਵੀ ਪ੍ਰਮੋਟ ਕਰਦੇ ਹੋ। ਕੀ ਡਿਫਰੈਂਸ ਤੁਸੀਂ ਦੇਖ ਰਹੇ ਹੋ ਪ੍ਰੀ ਕੋਵਿਡ ਔਰ ਪੋਸਟ ਕੋਵਿਡ ਐਂਟਰਟੇਨਮੈਂਟ ਇੰਡਸਟਰੀ ਤੋਂ? ਇਨੀਸ਼ੀਅਲੀ ਕੀ ਸੀਗਾ ਯੁਧਵੀਰ ਜੀ, ਲੋਕੀ ਡਰਦੇ ਪਏ ਸੀਗੇ ਵਾਪਸ ਵੈਨਿਊਜ਼ 'ਚ ਆਉਣ ਲਈ ਕੋਵਿਡ ਦੇ ਕਾਰਨ। ਲੋਕਾਂ ਨੂੰ ਕੋਲ ਬੈਨ 'ਚ ਡਰ ਲੱਗਦਾ ਪਿਆ ਸੀਗਾ, ਥੀਏਟਰਸ ਦੇ ਵਿੱਚ ਕੋਲ ਜਾਣ ਤੋਂ ਡਰ ਲੱਗਦਾ ਪਿਆ ਸੀ। ਬਟ ਜੋ ਪਹਿਲਾਂ ਇੱਕ ਰਿਸਪੌਂਸ ਸੀਗਾ ਉਹ ਆਈ ਥਿੰਕ ਉੱਥੇ ਹੀ ਮੀਨਸ ਦੁਬਾਰਾ ਆ ਗਿਆ। ਲੋਕਾਂ ਦੇ ਵਿੱਚੋਂ ਡਰ ਖਤਮ ਹੋ ਗਿਆ ਵੈਕਸੀਨਸ ਦੇ ਨਾਲ, ਕੋਵਿਡ ਦੀ ਅਵੇਅਰਨੈਸ ਦੇ ਨਾਲ। ਆਈ ਥਿੰਕ ਲੋਕੀ ਦੁਬਾਰਾ, ਤੁਸੀਂ ਪਠਾਨ ਦਾ ਸਕਸੈਸ ਦੇਖਿਆ ਹੀ ਆ,
जो नंबर पठान बॉक्स ऑफिस करके गई है जस्ट ਅਨਇਮੈਜਨੇਬਲ ਨੰਬਰਸ ਐਂਡ ਉੱਥੋਂ ਤੁਹਾਨੂੰ ਦਿਖਦਾ ਕਿ ਤੁਸੀਂ ਨੀਆ ਕੱਕੜ ਦੇ ਸ਼ੋਅ ਤੇ ਖੁਦ ਸੀਗੇ ਯੂ ਸੌ ਦ ਟਾਈਪ ਆਫ ਆਡੀਅנס ਦੈਟਸ ਬੈਕ ਸੋ ਲੋਕੀ ਵਾਪਸ ਤਾਂ ਆ ਗਿਆ ਹੁਣ ਬਸ ਇਹ ਕੰਟੈਂਟ ਡਰਿਵਨ ਚੀਜ਼ ਹੋਗੀ ਤੇ ਚੱਲੂਗੀ ठीक है कुलराज जी, हिंदी मूवीज़ अगर आज हम देखें तो ये प्रोटेस्ट होते भी हैं और कई बार असर होता है, कई बार नहीं भी होता, तो आप क्या कहेंगी प्रोटेस्ट ब्रिगेड को कि वो कामयाब हो रहे हैं नहीं हो रहे? वो जी वो लहरें होती हैं जो सागर की, वो आती हैं और चली जाती हैं। ठीक है। तो ऐसा है कि ये एक सेंटिमेंट था कि बॉलीवुड को बॉयकॉट किया जाए या यहाँ ना देखने जाएं या नेपोटिज्म को सप्रेस किया जाए, और ये सब इश्यूज़ बहुत सारे हैं इस दुनिया में। हमारी इंडस्ट्री जो फिल्म इंडस्ट्री है, टेलीविज़न इंडस्ट्री, उनके साथ भी काफ़ी इश्यूज़ हैं। मैं उससे नज़रअंदाज नहीं करूँगी, लेकिन अगर हम एड्रेस करें कि फ़िल्म मेकिंग सारी ही ख़राब है या सभी लोग ख़राब हैं या सारी फिल्में ख़राब हैं, वो भी एक बहुत गलत नज़रिया है देखने का। सो मेरे ख्याल से जो एक अच्छी फ़िल्म है, बहुत मेहनत लगती है कोई भी फिल्म बनाने में, कोई भी सीरीज़ बनाने में एक बहुत बड़ी टीम जुड़ी होती है उसके पीछे। उनकी रोज़गार जो होता है, उनकी इनकम होती है, वो यहाँ से चलती है। तो बोलना बहुत आसान है कि चलो जी अब बॉयकॉट कर दें, लेकिन आप ज़रा सोचें समझें कि उनके पीछे कई पेट जुड़े हुए हैं वो रोज़ी रोटी के लिए। सो हमें हमेशा उसका ख्याल रखना चाहिए किसी को भी कमेंट करने से पहले। कुलराज जी, आपका करियर स्पैन एटलीस्ट तो काफ़ी लंबा है, लेकिन और आपको हमेशा बहुत प्यार मिला है हर जगह से, तो क्या वजह समझती हैं उसकी? ऊपर वाले के बहुत मेरे को हमेशा शुक्राना रहता है कि मैं बहुत लकी रही हूँ। शुरू से जब से मेरा फर्स्ट शो आया था करीना, मुझे कोई एक्सपेक्टेशन नहीं थी तब, बिकॉज़ बहुत बचपना था तब अपना एक्टिंग में भी, और लेकिन जिस तरह से ऑडियंस ने एक्सेप्ट किया, प्यार दिया, इनकरेज किया कि और काम करिए और काम, तो जैसे आप बोलते हैं ना कि मैं इतना ब्रेक लेकर, तो मैं कई बार वो बिजी हो जाती हूँ अपना अदर बिजनेसेस में, और फिर वो जब मैं अपने कमेंट्स पढ़ती हूँ ना, प्लीज़ फिल्म और कीजिए, फिर बड़ा मन करता है, मैं कहती हूँ नहीं अब करनी चाहिए दोबारा। सो यही खुराक है आर्टिस्ट की, यही खुराक है कि अगर लोग पसंद करेंगे तो हम आगे आना चाहते हैं बार बार। आपने कहा आर्टिस्ट की यही खुराक है, वो तो खुराक हुई, वो तो आपको प्यार मिलता है या आपको सवाल भी होते हैं, पर कुलराज रंधावा जी क्या करना चाहती हैं लाइफ में, और स्पेशली फ्रॉम द एंटरटेनमेंट साइड क्या करना चाहती हैं? मैं अब ये बहुत ही अच्छा सवाल आपने पूछा है। क्योंकि बहुत एक ये दौर होता है, एक्सपीरियंस होता है जब आप शुरू करते हैं अपना करियर। आप बहुत एम्बिशियस होते हैं, आप कहते हैं कि आपका विजन होता है कि मुझे ये करना है, मुझे टॉप मोस्ट इंडस्ट्री में करना है, ये आर्टिस्ट के साथ काम करना है। फिर आप वो भी एक पड़ाव पूरा हो जाता है, उसके बाद आप क्या करेंगे, आपको ये भी करना है, आपको पैसे भी कमाने हैं, आपको फेम भी बहुत चाहिए, फिर आपको टीवी से फिल्म में आना है, फिल्म में से इधर जाना है, उधर जाना है। सो वो डिज़ायर्स एक करके आप कंप्लीट करते हैं और एक वो चेकलिस्ट कंप्लीट करते रहते हैं। एक पॉइंट आता है ज़िंदगी में जब आप कहते हैं कि ठीक है अब मेरे को एक सेटिस्फैक्शन है, क्योंकि एज एन आर्टिस्ट मुझे एक वो सेटिस्फैक्शन मिल गई, परफॉर्मर सेटिस्फैक्शन मिल गई, लेकिन आपने और ज़िंदगी में क्या किया है? तो आप क्या करना चाहते हैं जो आपके लोग आपसे इन्फ्लुएंस हैं? बिकॉज पहले तो आप किसी चीज़ के पीछे भाग रहे होते हैं, फिर आप रियलाइज़ करते हैं कि आपके पीछे कोई भाग रहा है, कोई फॉलो कर रहा है आपको, कोई आपका ट्रैक रिकॉर्ड देख रहा है। तो उस समय आपको लगता है कि आप एक रिस्पॉन्सिबिलिटी लेकर चल रहे हैं अपने कंधों पर, चाहे वो जो यंगर जनरेशन है जो आपको फॉलो करती है, उनको आप क्या सिखा रहे हैं, क्या सिखाना चाहते हैं। सो देन आई रियलाइज्ड कि जो ये मेरा सबसे, बिकॉज मैं चाहती थी कि अरे मुझे हेल्प करना है लोगों को, मुझे इंस्पायर करना है, तो मैं सोचती थी घर बैठ के मैं कैसे करूँ। फिर समझ में आया कि आप अगर आर्टिस्ट हैं, आप किस तरह से एक आर्टिस्ट की तरह से आप करेंगे। वो तो अब आया है सोशल मीडिया, तो आप इंटरेक्ट करेंगे, बट कला के आर्ट से आप कैसे कर सकते हैं। तो वो मेरा एक जो फोकस था कि जो मैं फिल्में करूं या जो सब्जेक्ट्स चूज़ करूं, इनडायरेक्टली और डायरेक्टली वो एक ऐसा मैसेज लेकर जाए वो ऑडियंस तक कि अगर वो कहते हैं डूबते को तिनका भी काफ़ी होता है, तो हमारी तो यही कोशिश रहती है, मेरी पर्टिकुलरली, कि कहीं ना कहीं एक ऐसा मैसेज कहीं ना कहीं किसी भी कोने में कोई भी देख रहा हो कि
जिंदगी चलने का नाम है. You cannot stop, you cannot fail, you cannot. उतार चढ़ाव सबके आते हैं. आपको हमेशा लगता है, मैं सोशल मीडिया का एक मैं डाउन पॉइंट भी बताऊंगी, सब कुछ बहुत परफेक्ट लगता है. सबको लगता है कि अरे एक्टर हैं, सब कुछ फैंसी है, बहुत अच्छा लगता है, मेकअप लगा के बैठ गए, यू नो, एक्टर्स के साथ आप यू नो इंटरेक्ट करते हैं दिन रात. ये एक धोखा है लाइफ में. सबको मेहनत करनी पड़ती है, सबको एक अच्छा दिन भी चढ़ता है, रात भी आती है. सो मेरे पॉइंट ऑफ व्यू से मैं आगे भी जो फ्यूचर में काम करना चाहती हूँ, समवेयर कहीं ना कहीं इन्वॉल्व होना चाहती हूँ ऐसे काम में, ऐसे प्रोजेक्ट्स, ऐसी स्टोरी टेलिंग में, और ऐसी ट्रेन करना चाहती हूँ आगे की जनरेशन को कि वो अपनी लाइफ का कुछ मकसद निकालें और वो एक फोकस लेकर चले अपनी लाइफ में कि क्या वो करना चाहते हैं और क्या करना चाहिए उन्हें. Right. So you see your career goals aligning well with your personal purpose of life. Do you see that? Absolutely, but it was not easy. Okay. It was not easy because in life, to get a clarity, to have a vision is not an easy thing. So you have to align, because as I said, when you are growing up, you have different goals. Because you are running after great projects, you're running after certain financial backing, some, you know, a security system in your life. After a while, you've achieved that, you've achieved accolades from people all around the world, and you've got that creative satisfaction. Then eventually you feel that, you know, you want to give back to the society, the self-actualization stage. But at that point of time, you feel that, okay, how can I do that? So it has to be a very meditative state in a manner of speaking, that there has to be a certain wisdom in what you are doing and how you have gathered everything you've done in life, and to kind of have a crux of everything. I have done this, I am going to be doing this, and this is going to be the final effect of it. So whether it's only involving me and my core circle, or am I involving, keeping myself a little far apart from this, and I am throwing away ideas to the world, to the society, that this is what I feel, because this is what I've experienced. You as a father, as a brother, or older brother, or, you know, you also would like to suggest something to the younger generation in your family, saying, because this is what you have experienced. So please do not do the same mistakes what I have done. So this is what I want to do, that I want to, from my mistakes, what I have learned is give away to the society, to the younger generation, whether it's in this field or otherwise, to the women in my field or the women otherwise, that these are the experiences I have had in my life, and if you can, you know, gain better from this, please do that. Wow, nice. Yeah, very educational. मैं पूछना चाहाਂਗਾ कि ਇੱਕ ਦੌਰ ਅਸੀਂ ਦੇਖਿਆ ਸੀਗਾ ਕਿ ਜਦੋਂ ਹਰਭਜਨ ਮਾਨ ਸਾਹਿਬ ਹਾਂਜੀ ਉਹਨਾਂ ਨੇ ਮੂਵੀਜ਼ ਪੰਜਾਬੀ ਸਿਨੇਮਾ ਨੂੰ ਅਸੀਂ ਕਹਿ ਸਕਦੇ ਹਾਂ ਡੈਫੀਨਿਟਲੀ ਉਹਨੂੰ ਕ੍ਰੈਡਿਟ ਦੇਣਾ ਪਏਗਾ, ਮਨਮੋਹਨ ਜੀ ਨੂੰ ਕ੍ਰੈਡਿਟ ਦੇਣਾ ਪਏਗਾ ਕਿ ਉਹਨਾਂ ਨੇ ਪੰਜਾਬੀ ਸਿਨੇਮਾ ਨੂੰ ਰਿਵਾਈਵ ਕੀਤਾ. ਹਾਂਜੀ ਫਿਰ ਉਸ ਤੋਂ ਬਾਅਦ ਆਈ ਮੂਵੀ ਜਿਹਨੇ ਮੇਰਾ ਦਿਲ ਲੁੱਟਿਆ, ਗਿੱਪੀ ਜੀ ਔਰ ਦਿਲਜੀਤ ਸਾਹਿਬ ਇਕੱਠੇ ਆਏ ਉਸ ਮੂਵੀ ਦੇ ਵਿੱਚ, ਮੂਵੀ ਬੜੀ ਹਿੱਟ ਹੋਈ ਔਰ ਉਹ ਦੌਰ ਆਇਆ ਪੰਜਾਬੀ ਮੂਵੀਜ਼ ਇੱਕ ਡਿਫਰੈਂਟ ਲੈਵਲ ਤੇ ਆਈਆਂ ਔਰ ਅੱਜ ਬਹੁਤ ਸਾਰੇ ਹੋਰ ਸਟਾਰਸ ਜਿਹੜੇ ਨੇ ਉਹ ਆ ਰਹੇ ਨੇ. ਐਂਡ ਜਿਮੀ ਸ਼ੇਰਗਿੱਲ ਜੀ ਜਿਸ ਮੂਵੀ ਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਅੱਗੇ ਚੱਲ ਕੇ ਹੁਣੇ ਗੱਲ ਕਰਾਂਗੇ ਉਹਦੇ ਬਾਰੇ, ਮੈਂ ਉਹਨੂੰ ਕਹਿਣਾ ਹੁੰਦਾ ਕਿ ਤੁਹਾਡੀਆਂ ਤੇ ਇੱਕ ਦੋ ਮੂਵੀਜ਼ ਹੀ ਐਸੀਆਂ ਸ਼ਾਨਦਾਰ ਆ ਕਿ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਸਿਨੇਮਾ ਨੂੰ ਤੁਹਾਡੀ ਬਹੁਤ ਬੜੀ ਦੇਣ ਹੈ. ਔਰ ਥੈਂਕਸ ਟੂ ਮੈਨੀ ਅਦਰ ਆਰਟਿਸਟ ਇਨਕਲੂਡਿੰਗ ਕੁਲਰਾਜ ਰੰਧਾਵਾ ਜੀ, ਜਿਹੜੇ ਕਿ ਹਿੰਦੀ ਮੂਵੀ ਦੇ ਵਿੱਚ ਉੱਥੇ ਚੰਗਾ ਕੰਮ ਕਰ ਰਹੇ ਸੀ ਲੇਕਿਨ ਪੰਜਾਬੀ ਮੂਵੀਜ਼ ਲਈ ਟਾਈਮ ਕੱਢਦੇ ਆ, ਉਹਨਾਂ ਨੂੰ ਬਹੁਤ ਯੋਗਦਾਨ ਹੈ ਇਹਨਾਂ ਦਾ. ਸੋ ਇਸ ਸਾਰੀ ਟ੍ਰਾਂਜੀਸ਼ਨ ਨੂੰ ਤੁਸੀਂ ਵੀਰਨ ਜੀ ਕਿੱਦਾਂ ਦੇਖਦੇ ਹੋ? ਆਈ ਥਿੰਕ ਹਰੇਕ ਇੰਡਸਟਰੀ ਦੇ ਵਿੱਚ ਪਾਇਨੀਅਰਸ ਹੁੰਦੇ ਆ ਜੀ ਜੀ, ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੁੰਦੀ ਆ. ਤੇ ਜਿੱਦਾਂ ਤੁਸੀਂ ਨਾਮ ਲਿੱਤਾ ਹਰਭਜਨ ਮਾਨ ਜੀ ਦਾ, ਜਿਮੀ ਸ਼ੇਰਗਿੱਲ ਭਾਜੀ ਵੀ ਉੱਥੇ ਕਿਸੇ ਨਾਮਾਂ ਦੇ ਵਿੱਚ ਆ, ਗੁਰਦਾਸ ਮਾਨ ਭਾਜੀ, ਜਿਨ੍ਹਾਂ ਨੇ ਇੱਕ ਪੰਜਾਬੀਅਤ ਦੀ ਲਹਿਰ ਸ਼ੁਰੂ ਕੀਤੀ ਆ ਬਾਹਰ, ਟ੍ਰਾਂਜੀਸ਼ਨ ਕੈਨੇਡਾ, ਆਸਟ੍ਰੇਲੀਆ, ਯੂਕੇ ਦੇ ਵਿੱਚ, ਜਿਨ੍ਹਾਂ ਨੇ ਇੱਕ ਇੰਡਸਟਰੀ ਸ਼ੁਰੂ ਕੀਤੀ ਆ. ਕੁਲਰਾਜ ਜੀ ਵੀ ਉਹਨਾਂ ਦੇ ਵਿੱਚ ਆ, ਦੇਵ ਗਿਵਨ ਬਿਗ ਹਿੱਟਸ ਲਾਈਕ ਮੰਨਤ. ਤੁਸੀਂ ਇਹਨਾਂ ਦੀ ਮੂਵੀਆਂ ਦੇਖੋ, ਮਤਲਬ ਦੇਰ ਐਵਰਗ੍ਰੀਨ ਮੂਵੀਜ਼, ਦੇ ਲਾਈਕ ਦ DDLJ ਆਫ ਪੰਜਾਬੀ ਸਿਨੇਮਾ, ਹੈ ਨਾ. ਤੇ ਅੱਜ ਉਹ ਪੰਜਾਬੀ ਮੂਵੀਆਂ ਹੈਗੀਆਂ ਤੇ ਅੱਜ ਪੰਜਾਬੀਅਤ ਗਰੋ ਕਰਦੀ ਪਈ ਆ. ਤੇ ਅੱਜ ਤੁਸੀਂ ਅੱਜ ਫਾਸਟ ਫਾਰਵਰਡ ਕਰਦੇ ਆ, ਦੇਰ ਬੈਕ ਔਨ ਸਕਰੀਨ ਅਗੇਨ, ਦੋਨੋਂ ਜਣੇ ਇਕੱਠੇ. ਸੋ ਅੱਜ ਤੁਹਾਨੂੰ ਉਹ ਟ੍ਰਾਂਜੀਸ਼ਨ ਦੇਖਣ ਨੂੰ ਮਿਲੂਗੀ ਕਿ ਵਾਟ ਯੂ ਸੌ ਪ੍ਰੀਵੀਅਸਲੀ ਟੂ ਨਾਓ ਵੇਅਰ ਇਟਸ ਐਟ. ਆਈ ਡੋਨਟ ਨੋ ਇਫ ਯੂ ਐਗਰੀ ਵਿਦ ਦੈਟ, ਹੈ ਨਾ. ਉਹ ਚੀਜ਼ ਦੇ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਤੁਹਾਨੂੰ ਅੱਜ ਉਹ ਚੀਜ਼ ਵੱਧਦੀ ਦਿਖਦੀ ਪਈ ਅੱਗੇ, ਇੱਕ ਸਿਨੇਮਾ ਵੱਧਦਾ ਦਿਖਦਾ ਪਿਆ ਅੱਗੇ. ਜੀ,
ਆਫ ਕੋਰਸ ਤੁਸੀਂ ਇੰਨਾ ਜ਼ਿੰਦਗੀ ਦੇ ਬਹੁਤ ਸਾਰੇ ਮੁਕਾਮ ਤੁਸੀਂ ਹਾਸਲ ਕੀਤੇ ਨੇ, ਪਰ ਫਿਰ ਵੀ ਕਦੇ ਇਦਾਂ ਲੱਗਦਾ ਹੈ ਕਿ ਜਿਮੀ ਸ਼ੇਰਗਿੱਲ ਜੀ ਨਾਲ ਤੁਸੀਂ ਲੀਡ ਰੋਲ ਦੇ ਵਿੱਚ ਰਹੇ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵਨ ਆਫ ਦਾ ਲੀਡਿੰਗ ਪਲੇਅਰਸ ਆ, ਔਰ ਆਉਣ ਵਾਲੀ ਜਿਹੜੀ ਮੂਵੀ ਹੈਗੀ ਆ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਅੱਜ ਤੱਕ ਵੀ। ਸੋ ਕਦੇ ਕਦੇ ਲੱਗਦਾ ਹੈ ਕਿ ਸਭ ਸੱਚ ਹੋ ਰਿਹਾ ਹੈ ਕਿ ਵਾਕਈ ਸੁਪਨਾ ਹੀ ਹੈ। ਉਹ ਕਹਿੰਦੇ ਜੀ ਰੀਅਲਿਜ਼ਮ ਦੇ ਨਾਲ ਰਹਿਣਾ ਚਾਹੀਦਾ ਇਨ ਟੱਚ। ਠੀਕ ਹੈ, ਧਰਤੀ ਤੇ ਰਹੋ ਜੀ, ਆਪਣੀ ਨਜ਼ਰ ਉੱਤੇ ਵੀ ਰੱਖੋ ਪਰ ਥੱਲੇ ਵੀ ਦੇਖੋ। ਵਾਹ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਦਿਸ ਇਜ਼ ਆਲ ਇਜ਼ ਹੈਪਨਿੰਗ ਬਟ ਵਾਈ ਇਟਸ ਹੈਪਨਿੰਗ ਐਂਡ what you need to do with this. I'll say that मैं lucky ਸੀਗੀ ਸ਼ੁਰੂਆਤ ਆਪਣੇ ਕੈਰੀਅਰ 'ਚ ਮੈਨੂੰ ਇਹ ਚਾਂਸ ਮਿਲਿਆ ਬਟ ਮਿਹਨਤ ਵੀ ਕਾਫੀ ਕੀਤੀ and I'm not saying just myself but ਮੈਨੂੰ ਚੰਗੇ ਲੋਕ ਮਿਲੇ ਮੇਰੇ ਨਾਲ। ਜਿਮੀ ਜੀ ਦੇ ਨਾਲ ਮੈਂ ਫਰਸਟ ਜਦੋਂ ਫਿਲਮ ਕੀਤੀ ਮੰਨਤ I'm lucky ਕਿ ਉਹੋ ਜਿਹੇ co-star ਮੈਨੂੰ ਮਿਲੇ very supportive, very helpful because ਜਦੋਂ ਤੁਸੀਂ ਇੱਕਦਮ ਯੰਗ ਹੁੰਦੇ ਤੁਹਾਨੂੰ ਪਤਾ ਨਹੀਂ ਹੁੰਦਾ you don't know technical know how ਕੈਮਰੇ ਦੀ ਕੀ ਕਰਨਾ ਹੈਗਾ, ਬਚਪਨਾ ਕਾਫੀ ਹੁੰਦਾ so he kind of helped me with that. so ਇੱਕ confidence build up ਹੁੰਦਾ and because of that confidence I think I realized that ਜਦੋਂ ਮੇਰੀ ਸੈਕੰਡ ਫਿਲਮ ਵੀ ਆਈ ਉਹਨਾਂ ਦੇ ਨਾਲ there is a certain comfort on screen also so the chemistry shows that is why people say ਕਿ ਤੁਸੀਂ ਬੜੀ natural acting ਕਰਦੇ ਹੋ or between you have a certain chemistry and a screen timing। ਤਾਂ ਹੀ ਫਿਰ ਅਸੀਂ ਜਦੋਂ ਹੁਣ ਵੀ ਇਹ ਫਿਲਮ ਕਰ ਰਹੇ ਹਾਂ the whole motivation behind is that ਕਿ people like that timing ਸੋ ਉਹ ਟਾਈਮਿੰਗ ਜੇ ਕਲਿੱਕ ਨਾ ਕਰੇ ਤੇ ਫਿਰ ਉਹ ਥੋੜਾ ਜਿਹਾ ਇੰਬੈਲੈਂਸ ਹੋ ਜਾਂਦਾ। ਲੋਕੀ ਕਹਿੰਦੇ ਆ ਉਹ ਸਟੋਰੀ ਤੇ ਠੀਕ ਸੀ ਪਰ ਇਹ ਫੇਕ ਜੀ ਐਕਟਿੰਗ ਸੀਗੀ। ਸੋ ਵੀ ਟਰਾਈ ਟੂ ਬ੍ਰਿੰਗ ਇਨ ਰੀਅਲਿਜ਼ਮ natural acting on screen and that's why I guess hopefully the audience ਸਾਡੀ ਇਹ ਵੀ ਫਿਲਮ ਲਾਈਕ ਕਰੂਗੀ। ਠੀਕ ਹੈ, ਟ੍ਰੇਲਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਔਰ ਟ੍ਰੇਲਰ ਦੇ ਨਾਲ ਨਾਲ ਫਿਰ ਮੂਵੀ ਦੀ ਵੀ ਹੁਣ ਗੱਲ ਕਰਦੇ ਹਾਂ। ਜਦੋਂ ਪਿਆਰ ਹੁੰਦਾ ਹੈ ਨਾ ਤਾਂ ਇੱਕ ਦੂਜੇ ਬਗੈਰ ਰਹਿਣਾ ਔਖਾ ਲੱਗਦਾ ਹੈ ਤੇ ਜਦੋਂ ਵਿਆਹ ਹੋ ਜਾਂਦਾ ਹੈ ਤੇ ਇੱਕ ਦੂਜੇ ਨਾਲ ਰਹਿਣਾ ਔਖਾ ਲੱਗਦਾ ਹੈ। I asked him to pick up the kids and he was late. Check the 3 messages which I sent him. Jamdut? Who's Jamdut? ਤੈਨੂੰ ਮੈਂ ਜਮਦੂਤ ਦੱਸਦਾ? Shireen? ਚੜੈਲ। ਮੈਂ ਚੁੜੈਲ ਹਾਂ? ਤਾਂ ਮੈਂ ਜਮਦੂਤ ਹਾਂ। ਚੱਲ ਪੁੱਤ ਨਹਾਉਣ ਨੂੰ ਰਹਿਣ ਦੇ। ਡੈਡ ਅੱਜ ਤਾਂ 3rd ਡੇ ਹੈ। ਉਹ ਸ਼ੇਰਾਂ ਦੇ ਮੂੰਹ ਕਿਨੇ ਧੋਤੇ ਆ? ਜਿੱਦਾਂ ਤੁਹਾਡੇ ਸ਼ੇਰ ਨੇ ਨਾ ਫਿਰ 1-2 ਦਿਨ ਚ ਨਾ ਮੁਸ਼ਕ ਮਾਰਨ ਲੱਗ ਜਾਣੀ ਹੈ। ਉਹ ਸ਼ੇਰ ਨੇ ਫਿਰ ਵੀ ਸ਼ੇਰ ਹੀ ਰਹਿਣਾ ਹੈ। I think ਮੇਰੀ ਨੀਂਦ ਉੜ ਗਈ ਸਜਣਾ ਤੇਰੇ ਕਰਕੇ। ਜਦੋਂ ਦੀ ਉਹ ਜ਼ਿੰਦਗੀ ਚ ਆਈ ਆ ਨਾ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਨਜ਼ਰ ਆਉਂਦੀਆਂ ਨੇ। ਤੂੰ ਬੰਦਾ ਬਣ ਜਾ, ਤੈਨੂੰ ਮੈਂ ਦੱਸਾਂ ਇਸ਼ਕ ਉਸ਼ਕ ਦੇ ਚੱਕਰਾਂ ਚ ਨਹੀਂ ਪੈਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਕਾਕਾ। ਏਡਾ ਵੱਡਾ ਕਾਕਾ ਬਹੁਤ ਮਜ਼ਾਕੀਆ ਹੈ, ਕਈ ਵਾਰ ਤਾਂ ਮੈਨੂੰ ਵੀ ਦੀਦੀ ਕਹਿ ਦਿੰਦੀ ਹੈ ਨਾ ਬੇਬੀ। ਕੋਈ ਮੁੰਡਾ ਲੱਭ ਰਿਹਾ, ਕੋਈ ਕੁੜੀ ਲੱਭ ਰਿਹਾ, ਲੱਗੇ ਹੱਥ ਬੇਬੇ ਲਈ ਕੋਈ ਬੜਾ ਵੀ ਲੱਭ ਲਓ। ਇਟਸ ਨਨ ਆਫ ਯੋਰ ਬਿਜ਼ਨਸ ਗੈਰੀ। ਸਾਰਿਆਂ ਨੂੰ ਨਹੀਂ ਸਿਰਫ ਮੈਨੂੰ ਛੱਡਿਆ ਸੀਗਾ। ਜਣੀ ਤੇਰੇ ਬੌਸ ਨੂੰ ਸਾਰੇ ਲੇਟ ਵਾਲੇ ਕੰਮ ਤੇ ਇੱਥੋਂ ਹੀ ਆਉਂਦੇ ਆ। ਬਸ ਮੈਂ ਥੱਗੀ ਤੇਰੇ ਤਾਨੇ ਸੁਣ ਕੇ ਜਸਟ ਗੈਟ ਆਊਟ ਆਫ ਹਿਅਰ। ਮਮ ਡੂ ਯੂ ਲਵ ਡੈਡ? ਉਹਨਾਂ ਕਰਕੇ ਤੇ ਮੇਰੀ ਲਾਈਫ 'ਚ ਤੁਸੀਂ ਦੋਵੇਂ ਆਏ ਹੋ। ਫਿਰ ਆਪਾਂ ਇਕੱਠੇ ਕਿਉਂ ਨਹੀਂ ਰਹਿੰਦੇ? ਕੁੜੀ ਮੁੰਡੇ ਨੂੰ ਮਿਲ ਨਹੀਂ ਸਕਦੀ, ਮੁੰਡਾ ਕੁੜੀ ਇਕੱਠੇ ਕੰਮ ਨਹੀਂ ਕਰ ਸਕਦੇ। ਅੱਛਾ ਆਹ ਸੀ ਤੇਰਾ ਕੰਮ ਹੈ? ਵਾਓ, ਤੂੰ ਮੇਰੇ ਤੇ ਸ਼ੱਕ ਕਰ ਰਿਹਾ ਸੁਖੀ? If you want to live happily, you have to forget it and move on. ਕਾਸ਼ ਅਸੀਂ ਵੀ ਤੁਹਾਡੇ ਵਰਗੇ ਅੰਗਰੇਜ਼ ਹੁੰਦੇ, ਫਿਰ ਸਾਡੇ ਲਈ ਫੋਰਗੇਟ ਐਂਡ ਮੂਵ ਔਨ ਸੌਖਾ ਹੁੰਦਾ। ਜਿਹੜੀਆਂ ਗੱਲਾਂ ਸਾਨੂੰ ਬਹੁਤ ਛੋਟੀਆਂ ਲੱਗਦੀਆਂ ਸੀ ਨਾ ਜੀ, ਉਹ ਗੱਲਾਂ ਇਹਨਾਂ ਨੂੰ ਇੰਨੀਆਂ ਵੱਡੀਆਂ ਲੱਗਦੀਆਂ ਨੇ ਕਿ ਰਿਸ਼ਤਾ ਤੋੜਨ ਤੱਕ ਚਲੇ ਜਾਂਦੇ ਨੇ। ਯਾਰ ਮੈਂ ਨਾ ਵਿਆਹ ਕਰਾਉਣਾ ਚਾਹਣਾ। ਔਰ ਰਹਿਣ ਦੇ ਭਰਾਵਾ, ਤੂੰ ਘੋੜੀ ਚੜਦਿਆਂ ਨੂੰ ਦੇਖਿਆ, ਮੈਂ ਘੋੜੀ ਚੜ ਕੇ ਦੇਖਿਆ। ਜੀ ਵਰਿੰਦਰ ਜੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ, ਟ੍ਰੇਲਰ ਦੇਖ ਲਿਆ ਸਾਰਿਆਂ ਨੇ, ਬੜਾ ਸ਼ਾਨਦਾਰ ਹੈ ਟ੍ਰੇਲਰ। ਸੋ ਜਰਾ ਮੂਵੀ ਦੇ ਬਾਰੇ ਦੱਸੋ ਕਿ ਰਿਲੀਜ਼ ਕਦੋਂ ਹੋ ਰਹੀ ਹੈ, ਕਿਹੜੀ ਲੱਗ ਰਹੀ ਹੈ ਇੱਥੇ? ਹਾਂਜੀ ਬਿਲਕੁਲ, ਇਹ ਫੈਬਰੂਰੀ 10 ਨੂੰ ਯੁੱਧਵੀਰ ਜੀ ਮੂਵੀ ਰਿਲੀਜ਼ ਹੋ ਰਹੀ ਆ ਤੇ ਇਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਾਰੇ ਪਾਸੇ ਇਟਸ ਐਨ ਇੰਟਰਨੈਸ਼ਨਲ ਰਿਲੀਜ਼। ਤੇ ਇੱਥੇ GTA ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਸਿਲਵਰ ਸਟ੍ਰੀਟ, ਬਰੈਂਪਟਨ, ਕਾਟਨੀ ਪਾਰਕ, ਲੈਂਡਮਾਰਕ ਸਿਨੇਮਾਜ਼, ਜਿੱਥੇ ਵੀ ਆਪਣੀ ਐਡਵਾਂਸ ਬੁਕਿੰਗ ਸ਼ੁਰੂ ਕਰਾ ਦਿਓ ਕਿਉਂਕਿ ਅੱਜ ਤੋਂ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਆ। ਤੇ ਤੁਹਾਨੂੰ ਟਿਕਟਾਂ ਵੀਕਐਂਡ ਤੇ ਮਿਲਦੀਆਂ ਨਹੀਂ ਮਿਲਦੀਆਂ ਉਹ ਤਾਂ ਹੁਣ ਆਡੀਅנס ਤੇ ਡਿਪੈਂਡ ਕਰੂਗਾ ਕਿਉਂਕਿ ਸੁਪਰ ਹਿੱਟ ਜੋੜੀ ਬੈਕ ਔਨ ਸਕਰੀਨ ਆ ਰਹੀ ਆ
ਜਿੱਦਾਂ ਕਿ ਤੁਸੀਂ ਬੋਲਿਆ ਜਿਮੀ ਜੀ ਹੈਗੇ ਆ ਮੂਵੀ ਦੇ ਵਿੱਚ, ਕੁਲਰਾਜ ਜੀ ਹੈਗੇ ਆ, ਅਨੀਤਾ ਦੇਵਗਨ ਜੀ ਹੈਗੇ ਆ, ਸੱਜਣ ਅਦੀਬ ਹੈਗੇ ਆ। ਸੋ ਮੂਵੀ ਦੀ ਸਟਾਰ ਕਾਸਟ ਵੀ ਬਹੁਤ ਪਿਆਰੀ ਆ ਐਂਡ ਇਹਦੇ ਜਲਦੀ ਤੋਂ ਜਲਦੀ ਆਪਣੀ ਟਿਕਟਾਂ ਬੁੱਕ ਕਰਵਾ ਦਿਓ ਲਾਈਕ ਮੈਂ ਕਹਿੰਦਾ ਪਿਆ, ਕਿਉਂਕਿ ਇਹਦੀ ਪ੍ਰਮੋਸ਼ਨ ਆਲ ਗਰਾਊਂਡ 'ਤੇ ਹੋ ਰਹੀ ਹੈ। ਪਹਿਲੀ ਵਾਰੀ ਇੱਕ ਮੂਵੀ ਦੀ ਪ੍ਰਮੋਸ਼ਨ ਸੋਸ਼ਲ ਮੀਡੀਆ, ਰੇਡੀਓਜ਼, ਇਨਫਲੂਐਂਸਰਸ ਤੇ ਟੀਵੀ ਤੇ ਲਾਈਕ ਬ੍ਰੌਡਬੈਂਡ ਪ੍ਰਮੋਸ਼ਨਸ ਹੋ ਰਹੀਆਂ ਬਿਕਾਜ਼ ਵੀ ਆਰ ਆਲਸੋ ਸੁਪਰ ਐਕਸਾਈਟਿਡ ਵਿਦ ਦ ਫਿਲਮ ਐਂਡ ਸਬਜੈਕਟ ਜੋ ਇਸ ਵਾਰੀ ਆਪਾਂ ਲੈ ਕੇ ਆਉਂਦੇ ਪਏ ਔਨ ਸਕਰੀਨ। ਠੀਕ ਹੈ ਜੀ। ਸਬਜੈਕਟ ਦੇ ਬਾਰੇ ਮੈਂ ਤੁਹਾਡੇ ਕੋਲ ਪੁੱਛਾਂ ਕੁਲਰਾਜ ਜੀ, ਕੀ ਸਬਜੈਕਟ ਆ? ਇਹ ਦੇਖ ਹੀ ਲਿਆ ਤੁਸੀਂ ਟ੍ਰੇਲਰ 'ਚ ਜੀ, ਨੋਕ ਝੋਕ ਜਿਹੜੀ ਹਸਬੈਂਡ ਵਾਈਫ ਦੇ ਵਿੱਚ ਇੱਕ ਬੜੀ ਇਹ ਪੁਰਾਣੀ ਜੀ ਇਹ ਕਹਾਣੀ ਚੱਲਦੀ ਆ ਰਹੀ ਹੈ ਸਾਲਾਂ ਤੋਂ, ਸਦੀਆਂ ਤੋਂ। ਸਾਡੇ ਅਸੀਂ ਨਾਨਕੇ ਦਾਦਕੇ ਸਾਰੇ ਅਸੀਂ ਦੇਖਦੇ ਸੀਗੇ ਉਹਨਾਂ ਦੀ ਲੜਾਈ ਕਿੰਨੀ ਹੁੰਦੀ ਸੀਗੀ, ਉਹ ਸਵੇਰੇ ਸ਼ੁਰੂ ਹੁੰਦਾ ਸੀ ਸ਼ਾਮ ਤੱਕ ਖਤਮ ਹੋ ਜਾਂਦੀ ਸੀ। ਅੱਜ ਕੱਲ੍ਹ ਜਿਹੜੀ ਲੜਾਈਆਂ ਨੇ ਉਹ ਥੋੜੀ ਜਿਹੀ ਜ਼ਿਆਦਾ ਹੀ ਖਿੱਚ ਜਾਂਦੀ ਹੈ, ਫਿਰ ਉਹ ਲੜਾਈ ਖਤਮ ਹੋਣ ਤੋਂ ਬਜਾਏ ਉਹ ਕਈ ਵਾਰੀ ਐਸਕੇਲੇਟ ਕਰ ਜਾਂਦੀ ਹੈ, ਮਿਸਕਮਿਊਨੀਕੇਸ਼ਨ ਹੋ ਜਾਂਦੀ ਹੈ, ਪੋਜੈਸਿਵਨੈਸ ਹੋ ਜਾਂਦਾ ਹਸਬੈਂਡ ਵਾਈਫ। ਬਿਕੋਜ਼ ਅਸੀਂ ਹੁਣ ਇਮੀਗ੍ਰੇਟ ਕਰ ਗਏ ਹਾਂ, ਇੰਡੀਪੈਂਡੈਂਟ ਹੋ ਗਈ ਹੈ ਹਸਬੈਂਡ ਵਾਈਫ, ਆਪਾਂ ਕੰਮ ਕਰਦੇ ਨੇ, ਉਹਦੀ ਥੋੜੀ ਜੀ ਚੈਲੰਜ ਹੋ ਜਾਂਦਾ ਵਿੱਚ, ਥੋੜਾ ਜਿਹਾ ਵਿੱਚ ਬੱਚੇ ਪੈ ਜਾਂਦੇ, ਇਨ-ਲॉज ਵੀ ਵਿੱਚ ਫਿਰ ਪੈ ਜਾਂਦੇ ਆ, ਕਿੱਦਾਂ ਐਸਕੇਲੇਟ ਕਰਦੇ, ਕਨਫਿਊਜ਼ਨ ਹੋ ਜਾਂਦੀ ਹੈ। ਸੋ ਉਹ ਜਿਹੜੀ ਡੇ ਟੂ ਡੇ ਘਰ ਦੀ ਇਹ ਕਹਾਣੀ ਹੈ। ਹਰ ਮੈਰਿਜ 'ਚ ਥੋੜੀ ਬਹੁਤ ਪ੍ਰੋਬਲਮ ਹੁੰਦੀ ਹੈ। ਇੱਕ ਜਨਰੇਸ਼ਨ ਹੈ ਜਿਹੜੀ ਨਵੀਂ ਆਉਣ ਵਾਲੀ ਜਨਰੇਸ਼ਨ, ਉਹ ਕਹਿੰਦੇ ਆ ਕਮਿਟਮੈਂਟ ਕਰਨੀ ਵੀ ਚਾਹੀਦੀ ਹੈ, ਨਹੀਂ ਕਰਨੀ ਚਾਹੀਦੀ। ਸੋ ਇਹ ਚੀਜ਼ਾਂ ਅਸੀਂ ਗੱਲਬਾਤ ਕਰਕੇ ਲੈ ਕੇ ਆਏ, ਬਟ ਇਨ ਅ ਵੈਰੀ ਲਾਈਟ ਮੈਨਰ। ਇਹਦੇ 'ਚ ਰੋਮਾਂਸ ਹੈ, ਕਾਮੇਡੀ ਹੈ, ਐਕਸ਼ਨ ਵੀ ਹੈ। ਸੋ ਇਟਸ ਅ ਹੋਲਸਮ ਪੈਕੇਜ ਹੈ। ਠੀਕ ਹੈ ਕੁਲਰਾਜ ਜੀ, ਤੁਸੀਂ ਕਿਹਾ ਹੈ ਕਿ ਕਮਿਟਮੈਂਟ ਕਰਨੀ ਵੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ? ਮੈਂ ਨਹੀਂ ਕਹਿ ਰਹੀ ਮੈਂ ਨਹੀਂ ਕਹਿ ਰਹੀ ਜੀ। ਉਹ ਆਉਣ ਵਾਲੀ ਜਨਰੇਸ਼ਨ, ਮੈਂ ਕਿਤੇ ਨਾ ਕਿਤੇ ਜਦੋਂ ਇਹ ਸਬਜੈਕਟ ਵੀ ਮਿਲਿਆ ਸੀਗਾ, ਸੋ ਇਹ ਦੇਖਿਆ ਜਾਂਦਾ ਹੈ ਕਿ ਸਾਡੀ ਜਨਰੇਸ਼ਨ ਜਿਹੜੇ ਮਤਲਬ ਇਨ ਲਾਈਫ ਪੀਪਲ ਹੈਵ ਗੋਟ ਮੈਰਿਡ, ਜਿਨ੍ਹਾਂ ਦੇ ਬੱਚੇ ਨੇ ਹੁਣ ਇਸ ਸਟੇਜ 'ਚ, ਬਟ ਜਿਹੜੀ ਅੱਗੇ ਆਉਣ ਵਾਲੀ ਜਿਹੜੇ ਹੁਣ ਟੀਨੇਜਰਸ ਨੇ, ਜਿਹੜੇ ਯੰਗ ਬੱਚੇ ਹੁਣ ਦੇ ਆਰ ਕਮਿੰਗ ਇਨਟੂ ਦ 20s, ਉਹਨਾਂ ਦੀ ਕਈ ਵਾਰੀ ਇਹ ਸੋਚ ਰਿਫਲੈਕਸ਼ਨ ਹੈਗੀ ਹੈ ਕਿ ਮੈਰਿਜ ਜ਼ਰੂਰੀ ਹੈ, ਨਾਲ ਰਹਿਣਾ ਵੀ ਕੈਨ ਲਿਵ ਇਨ ਵਿਚ ਇਜ਼ ਅ ਬੈਟਰ, ਬਿਕੋਜ਼ ਸਾਨੂੰ ਕਮਿਟ ਨਹੀਂ ਕਰਨਾ ਪੈ ਰਿਹਾ ਕਿ ਪਤਾ ਨਹੀਂ 3 ਸਾਲਾਂ ਬਾਅਦ 4 ਸਾਲਾਂ ਬਾਅਦ ਮੈਨੂੰ ਇਹ ਬੰਦਾ ਇਨਸਾਨ ਜਾਂ ਲੇਡੀ ਚੰਗੀ ਲੱਗੀ ਨਹੀਂ ਲੱਗੀ, ਪਰ ਅਸੀਂ ਕਮਿਟ ਨਹੀਂ ਕਰਨਾ, ਰਾਈਟ? ਸੋ ਇਹ ਸੈਂਟੀਮੈਂਟ ਦੇਖਣ ਨੂੰ ਆਇਆ ਹੈ। ਮੈਂ ਵੀ ਇਹੀ ਕਹਿ ਰਿਹਾ ਸੀ, I was not trying to attribute that quote to you, good that you set the record straight, ਲੇਕਿਨ ਮੇਰਾ ਸਵਾਲ ਇਹੀ ਸੀਗਾ ਕਿ ਕੀ ਤੁਸੀਂ ਸਮਝਦੇ ਹੋ ਕਿ ਕਈ ਲੋਕ ਕਹਿੰਦੇ ਕਿ ਮੇਬੀ ਦ ਮੈਰਿਜ ਆਫ ਇੰਸਟੀਟਿਊਸ਼ਨ ਜਿਹੜਾ ਖਤਮ ਹੋ ਜਾਏਗਾ 10-20 ਸਾਲ 50 ਸਾਲ, ਪਤਾ ਨਹੀਂ ਕਦੋਂ ਐਸਾ ਟਾਈਮ ਆਏਗਾ ਕਿ ਲਿਵ ਇਨ ਹੀ ਜ਼ਿਆਦਾ ਹੋਏਗਾ, ਤੇ ਕਿਆ ਉਹ ਕੋਈ ਪ੍ਰੋਬਲਮ ਸੋਲਵ ਕਰ ਸਕੇਗਾ? ਜਾਂ ਕਿਉਂਕਿ ਜੋ ਅਸੀਂ ਦੇਖ ਰਹੇ ਹਾਂ, ਪਹਿਲਾ ਡਾਇਲੋਗ ਹੀ ਟ੍ਰੇਲਰ 'ਚ ਬੜਾ ਵਧੀਆ ਹੈਗਾ ਕਿ ਵਿਆਹ ਕਰਵਾਉਣ ਲਈ ਵੀ ਬਹੁਤ ਸਾਰੇ ਲੋਕ ਉਤਾਵਲੇ ਰਹਿੰਦੇ ਨੇ, ਤੇ ਉਸ ਤੋਂ ਬਾਅਦ ਫਿਰ ਉਹ ਇੱਕ ਦੂਸਰੇ ਤੋਂ ਅਲੱਗ ਹੋਣ ਲਈ ਵੀ ਕਾਫੀ ਗੱਲ ਕਰਦੇ ਨੇ। ਬਿਲਕੁਲ ਜੀ, ਇਹ ਬਿਕੋਜ਼ ਅਸੀਂ ਇਗਨੋਰ ਨਹੀਂ ਕਰ ਸਕਦੇ ਕਿ ਅਸੀਂ ਸਮੇਂ ਦੇ ਪਹੀਏ ਨਾਲ ਚੱਲਣਾ ਹੈ। ਅਸੀਂ ਜਿਹੜੇ ਸਾਡੇ ਪੇਰੈਂਟਸ ਦੀ ਜਨਰੇਸ਼ਨ ਸੀ ਜਾਂ ਦਾਦੇ ਨਾਨੇ ਦੀ ਜਨਰੇਸ਼ਨ ਜਿਹੜੀ ਹੋਈ ਹੈ, ਉਹਨਾਂ ਦਾ ਕਨਸੈਪਟ ਮੈਰਿਜ ਦਾ ਥੋੜਾ ਜਿਹਾ ਡਿਫਰੈਂਟ ਸੀਗਾ। ਹੁਣ ਅਸੀਂ ਇੰਡੀਪੈਂਡੈਂਟ, ਸਾਡੇ ਲਾਜ਼ ਡਿਫਰੈਂਟ ਨੇ, ਹੁਣ ਅਸੀਂ ਕੰਟਰੀਜ਼ ਡਿਫਰੈਂਟ ਨੇ। ਇਨ ਫਿਊ ਕੇਸਿਸ ਕਿਤੇ ਅਬਿਊਜ਼ ਹੁੰਦਾ, ਫਿਜ਼ੀਕਲ, ਮੈਂਟਲ, ਮੈਰਿਜਸ ਬਿਕਮ ਵੈਰੀ ਡਿਫਿਕਲਟ। ਉਸ ਤਰੀਕੇ ਨਾਲ ਜੇ ਦੇਖਿਆ ਜਾਏ ਤੇ ਇਟ ਇਜ਼ ਬੈਟਰ ਕਿ ਵੱਖੋ ਵੱਖ ਹੋ ਜਾਈਏ। ਬੱਚੇ ਜਿਹੜੇ ਵਿੱਚ ਪਿਸ ਰਹੇ ਨੇ ਲਿਟਰਲੀ, ਜਿਹੜੇ ਰੋਜ਼ ਉਹ ਟਰਾਮਾ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਲਈ ਥੋੜਾ ਜਿਹਾ ਬਹੁਤ ਮਤਲਬ ਇਹ ਡਿਫਿਕਲਟ ਹੋ ਜਾਂਦਾ, ਇਹ ਦੈਟ ਵਿਲ ਸਕਾਰ them for life। ਬਟ ਜਿੱਥੇ ਤੱਕ ਹੋ ਸਕੇ, ਇਫ ਹਸਬੈਂਡ ਵਾਈਫ ਜਾਂ ਕਪਲ ਜਿਹੜੇ ਰਿਜ਼ੋਲਵ ਕਰ ਸਕਣ ਗੱਲ ਆਪਸ 'ਚ, ਈਗੋ ਡ੍ਰੌਪ ਕਰਕੇ ਕਿ ਨਹੀਂ ਅਸੀਂ ਇਹ ਚੱਲਣਾ ਹੈ, ਇਹ ਚਲਾਉਣੀ ਹੈ ਗੱਡੀ ਅਸੀਂ, ਤੇ ਉਹ ਜੇ ਅਸੀਂ ਥੋੜਾ ਜਿਹਾ ਕੋਸ਼ਿਸ਼ ਕਰੀਏ, ਸੋ ਉਹ ਸੇਵ ਕਰੂਗੀ ਇਹ ਸਟ੍ਰੈਸ ਇਹ ਸਾਰਿਆਂ ਨੂੰ, ਨਾਟ ਜਸਟ 2 people, ਬਟ ਉਹ ਕਹਿੰਦੇ ਕਿ ਉਹ ਹਸਬੈਂਡ ਵਾਈਫ 2 ਜਣਿਆਂ 'ਚ ਵਿਆਹ ਨਹੀਂ ਹੁੰਦਾ, ਪੂਰੀ ਫੈਮਲੀਆਂ 'ਚ ਵਿਆਹ ਹੁੰਦਾ, 2 ਫੈਮਲੀਆਂ ਦਾ ਵਿਆਹ ਹੁੰਦਾ। ਸੋ ਇਟਸ ਵੈਰੀ ਇੰਪੋਰਟੈਂਟ ਕਿ ਸਾਨੂੰ ਬਾਕੀਆਂ ਦਾ ਵੀ ਕੰਸੀਡਰੇਸ਼ਨ ਦੇਖਣੀ ਚਾਹੀਦੀ ਹੈ। ਠੀਕ ਹੈ ਜੀ। ਸੋ देयर वोंट बी एनी ਸਪੋਇਲਰ, ਕਿਉਂਕਿ ਅਸੀਂ ਨਹੀਂ ਦੱਸਾਂਗੇ ਕਿ ਇਸ ਮੂਵੀ 'ਚ ਕੀ ਹੋਏਗਾ, ਉਹ ਤਾਂ ਤੁਹਾਨੂੰ ਜਾ ਕੇ ਦੇਖਣਾ ਪਏਗਾ ਕਿ ਮੈਰਿਜ ਤੋਂ ਬਾਅਦ ਫਿਰ ਉਹ ਸੌਰਟ ਆਊਟ ਕਰ ਸਕਦੇ ਆ। ਕੁਲਰਾਜ ਜੀ ਜਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਨਹੀਂ ਕਰਦੇ ਆ, ਇਹ ਤਾਂ ਜਾਂ ਤੁਸੀਂ ਫੋਨ ਤੇ ਫਿਰ ਚੇਂਜ ਕਰ ਲਓਗੇ ਇੱਕ ਦੂਜੇ ਦੇ ਨਾਲ, ਚੜੇਲ ਤੇ ਯਮਦੂਤ ਜੀ। ਤੇ ਵਰਿੰਦਰ ਜੀ, ਕੀ ਕੁਝ ਮਿਲੇਗਾ ਇਸ ਮੂਵੀ 'ਚ ਦੇਖਣ ਨੂੰ? ਥੋੜਾ ਜਿਹਾ ਟ੍ਰੇਲਰ ਤੋਂ ਕੁਝ ਚੀਜ਼ਾਂ ਦਾ ਪਤਾ ਲੱਗ ਰਹੀਆਂ, ਥੋੜਾ ਰੋਮਾਂਸ ਵੀ ਹੈ, ਥੋੜਾ ਟਕਰਾਵ ਵੀ ਹੈ, ਹੋਰ ਕੀ ਹੈ ਮੂਵੀ 'ਚ? ਇਹ ਮੂਵੀ ਦੇ ਵਿੱਚ ਤੁਹਾਨੂੰ ਨਾ ਸਾਰਾ ਕੁਝ ਦੇਖਣ ਨੂੰ ਮਿਲੂਗਾ। ਇਹਦੇ ਅੰਦਰ ਐਗਜ਼ੈਕਟਲੀ ਜੋ ਤੁਸੀਂ ਬੋਲਿਆ, ਰੋਮਾਂਸ ਵੀ ਹੈਗਾ, ਇਹ ਬਾਲੀਵੁੱਡ ਦੀ ਕਭੀ ਖੁਸ਼ੀ ਕਭੀ ਗਮ
ਤੁਹਾਨੂੰ ਇਹ ਸਾਰਾ ਮੈਲੋਡਰਾਮਾ ਵਿੱਚ ਮਿਲਦਾ ਪਿਆ। ਤੁਹਾਨੂੰ ਐਂਟਰਟੇਨਮੈਂਟ ਵੀ ਮਿਲੂਗੀ, ਰੋਣ ਨੂੰ ਵੀ ਮਿਲੂਗਾ, ਹਾਸਾ ਵੀ ਮਿਲੂਗਾ, ਕਾਮੇਡੀ ਵੀ ਮਿਲੂਗੀ। ਇਹ ਜੇ ਬਾਲੀਵੁੱਡ 'ਚ ਆਪਾਂ ਨਾ ਇੱਕ ਚੀਜ਼ ਕਹਾਵਤ ਬਣਾਈ ਹੋਈ ਹੈ, ਜੋ ਪੰਜਾਬੀ ਮੂਵੀ ਵੱਲ ਘੱਟ ਆਈ ਹੈ ਜੇ, ਕਹਿੰਦੇ ਪੈਸਾ ਵਸੂਲ। ਇਹ ਪੈਸਾ ਇਸ ਕਿ ਪੈਸਾ ਵਸੂਲ ਵਾਲਾ ਹੈਗਾ ਕੰਮ ਹੈ। ਤੁਸੀਂ ਉੱਥੇ ਜਾਓਗੇ ਬਾਹਰ, ਤੁਹਾਨੂੰ ਇਹ ਹੋਣਾ ਕਿ ਅਸੀਂ ਵੈਲੈਂਟਾਈਨ ਦਾ ਵੀਕਐਂਡ ਆ, ਕਿ ਅਸੀਂ ਆਪਣੇ ਪੇਰੈਂਟਸ ਨਾਲ ਗਏ ਹਾਂ ਜਾਂ ਕਪਲ ਨਾਲ ਗਏ ਹਾਂ ਜਾਂ ਫਰੈਂਡਸ ਨਾਲ ਗਏ ਹਾਂ, ਅਤੇ ਅਸੀਂ ਕਿੱਦਾਂ ਦੀ ਮੂਵੀ ਦੇਖ ਕੇ ਆਏ ਜਿੱਥੋਂ ਉੱਠਣ ਤੋਂ ਬਾਅਦ ਲੱਗਦਾ ਕਿ ਵੀ ਗॉट आवर ਮਨੀ ਵਰਥ, ਹੈ ਨਾ। ਅਤੇ ਇਹ ਬਿਲਕੁਲ ਘਰ ਬਹਿ ਕੇ ਦੇਖਣ ਵਾਲੀ ਮੂਵੀ ਨਹੀਂ ਹੈਗੀ ਪਾਇਰੇਟਡ ਤਰੀਕੇ ਦੇ ਨਾਲ। ਇਹ ਥੀਏਟਰ 'ਚ ਜਾ ਕੇ ਆਪਣਾ ਆਨੰਦ ਆਉਣਾ ਤੁਹਾਨੂੰ ਦੇਖਣ ਦਾ ਮੂਵੀ ਦਾ। ਜੀ ਬਿਲਕੁਲ, ਇੱਥੇ ਅਸੀਂ ਜ਼ਰੂਰ ਇੱਥੇ ਰਿਕੁਐਸਟ ਕਰਾਂਗੇ, ਜੋ ਅਸੀਂ ਹਮੇਸ਼ਾ ਹੀ ਕਰਦੇ ਹੈਗੇ ਹਾਂ, ਕਿ ਅਸੀਂ ਜੇ ਸਵਾਲ ਖੜੇ ਕਰਦੇ ਹਾਂ ਕਿ ਸਾਨੂੰ ਚੰਗਾ ਕੰਟੈਂਟ ਚਾਹੀਦਾ ਹੈਗਾ ਔਰ ਐਂਟਰਟੇਨਮੈਂਟ ਵੀ ਚੰਗਾ ਕੰਟੈਂਟ ਚਾਹੀਦਾ, ਤਾਂ ਫਿਰ ਉਹਨੂੰ ਤੁਸੀਂ ਸਪੋਰਟ ਵੀ ਜ਼ਰੂਰ ਜਾ ਕੇ ਕਰੋ। ਸਿਨੇਮਾ ਹਾਲ ਦੇ ਵਿੱਚ ਜਾਓ ਔਰ ਉੱਥੇ ਜਾ ਕੇ ਜਿਹੜੀ ਮੂਵੀ ਦੇਖੋ। ਐਂਡ ਹੂ ਬੈਟਰ ਦੈਨ ਜਿਮੀ ਸ਼ੇਰਗਿੱਲ ਜੀ ਔਰ ਕੁਲਰਾਜ ਰੰਧਾਵਾ ਜੀ ਲੀਡ ਆਰਟਿਸਟ ਹੈਗੇ ਨੇ ਇਹਦੇ ਵਿੱਚ। ਜਿਮੀ ਜੀ ਨਾਲ ਤੁਸੀਂ ਕੈਮਿਸਟਰੀ ਦੀ ਪਹਿਲਾਂ ਜ਼ਿਕਰ ਕਰ ਰਹੇ ਸੀਗੇ, ਸੋ ਇਸ ਮੂਵੀ ਦੇ ਵਿੱਚ ਇੱਕ ਵਾਰ ਫਿਰ ਬੋਥ ਆਫ ਯੂ ਆਰ ਬੀਨ ਪੇਅਰਡ ਟੂਗੈਦਰ, ਸੋ ਕਿਸ ਤਰ੍ਹਾਂ ਰਿਹਾ? ਕੁਝ ਐਸੀ ਚੀਜ਼ ਸ਼ੇਅਰ ਕਰੋ ਸਾਡੇ ਦਰਸ਼ਕਾਂ ਦੇ ਨਾਲ, ਕੋਈ ਇੰਟਰਸਟਿੰਗ ਚੀਜ਼ ਜੋ ਹਜੇ ਤੱਕ ਤੁਸੀਂ ਨਹੀਂ ਸ਼ੇਅਰ ਕੀਤੀ। ਬਹੁਤ ਹੀ ਬੜੇ ਇੰਸੀਡੈਂਟਸ ਨੇ, ਬਿਕੋਜ਼ ਅਗੇਨ ਇੱਕ ਸਰਟਨ ਕੰਫਰਟ ਲੈਵਲ ਹੁੰਦਾ, ਬਿਕੋਜ਼ ਅਸੀਂ ਕਾਫੀ ਦੇਰ ਦੇ ਇੱਕ ਦੂਜੇ ਨੂੰ ਜਾਣਦੇ ਹਾਂ, ਅਸੀਂ ਫਿਲਮਾਂ ਕਰ ਚੁੱਕੇ ਹਾਂ। ਸੋ ਦੇ ਉਹ ਮੈਨੂੰ ਅੰਡਰਸਟੈਂਡ ਕਰਦੇ ਕਿ ਮੇਰਾ ਟੈਂਪਰਾਮੈਂਟ, ਮੈਨੂੰ ਉਹਨਾਂ ਦਾ ਟੈਂਪਰਾਮੈਂਟ ਸਮਝ ਆ ਜਾਂਦਾ। ਅਤੇ ਕਈ ਵਾਰੀ ਮੈਂ ਜੇ ਕਿਸੇ ਨੂੰ ਮਤਲਬ ਕਈ ਵਾਰੀ ਸਮਟਾਈਮਸ ਵੈਨ ਟਾਈਮ ਸ਼ਾਰਟੇਜ ਹੁੰਦੀ ਹੈ, ਬਿਕੋਜ਼ ਐਜ਼ ਐਨ ਐਕਟਰੈਸ ਯੂ ਹੈਵ ਟੂ ਗੈਟ ਰੈਡੀ, ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ, ਘੱਟ ਲੱਗ ਜਾਂਦਾ, ਬੰਦੇ ਛੇਤੀ ਤਿਆਰ ਹੋ ਜਾਂਦੇ ਹੈ, ਕੁੜੀਆਂ ਨੂੰ ਥੋੜਾ ਜ਼ਿਆਦਾ ਟਾਈਮ ਲੱਗਦਾ। ਅਤੇ ਮੈਂ ਥੋੜੀ ਜਿਹੀ ਉਹ ਵਿਚਾਰੇ ਕੂਲ ਇੱਕਦਮ ਸ਼ਾਂਤ ਠੰਡੇ, ਉਹ ਤਿਆਰ ਹੋ ਕੇ ਬੈਠੇ रहते, वो ले लो अपना टाइम जितना लेना है, जब आ जाओगे तैयार हो जाओगे मेरे को बुला लेना। So those are some certain things which kind of ਆ ਵੈਰੀ ਇੰਪੋਰਟੈਂਟ, ਜਿਹੜੇ ਲੋਕਾਂ ਨੂੰ ਪਤਾ ਨਹੀਂ ਹੁੰਦੀ ਕਿ ਚੀਜ਼ਾਂ ਕਿਸ ਤਰ੍ਹਾਂ ਸਾਡੇ ਸੈੱਟ 'ਤੇ ਹੁੰਦੀਆਂ ਨੇ। ਇਨਫੈਕਟ ਅਸੀਂ ਸਿਰਫ 2 ਜਾਂ 3 ਲੋਕੀ ਸਕਰੀਨ 'ਤੇ ਦਿਖ ਰਹੇ ਹੁੰਦੇ, ਪਰ ਉਹਨਾਂ ਦੇ ਪਿੱਛੇ ਕਿੰਨੀ ਟੀਮ ਹੁੰਦੀ ਹੈ, ਉਹ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਆਲਮੋਸਟ 100 ਲੋਕਾਂ ਦੀ ਟੀਮ ਇੱਕ ਟਾਈਮ 'ਤੇ ਕੰਮ ਕਰ ਰਹੀ ਹੁੰਦੀ ਹੈ। ਭਾਵੇਂ ਠੰਡ ਹੋਵੇ, ਗਰਮੀ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਤੁਸੀਂ ਕਰਨੀ ਸ਼ੂਟ ਹੈਗੀ, ਖਤਮ ਕਰਨੀ ਹੈ, ਬਿਕੋਜ਼ ਪ੍ਰੋਡਿਊਸਰਸ ਵੀ ਇਨਵੋਲਵਡ ਹੁੰਦੇ ਹੈ, ਉਹਨਾਂ ਦਾ ਪੈਸਾ ਵੀ ਲੱਗਿਆ ਹੁੰਦਾ, ਐਵਰੀਥਿੰਗ, ਟਾਈਮ ਇਜ਼ ਮਨੀ ਓਵਰ ਦੇਅਰ, ਸੋ ਦੇयर इज अ लॉट ऑफ प्रेशर, बट एट द सेम टाइम वी आर सपोज्ड टू लुक नाइस एंड हैप्पी ऑन स्क्रीन, so that is there। बट ਇਹ ਜਦੋਂ ਗੱਲ ਛਿੜੀ ਹੈ, ਮੈਂ ਹੋਰ ਆਪਣੀ ਸਾਡੀ ਟੀਮ ਦਾ ਮੈਂਸ਼ਨ ਕਰਨਾ ਚਾਹਾਂਗੀ। ਇਹ ਫਿਲਮ ਜੀ ਡਾਇਰੈਕਟ ਕੀਤੀ ਹੈ ਵਕੀਲ ਸਿੰਘ, ਜਿਹੜੇ ਡਾਇਰੈਕਟਰ ਫਸਟ ਟਾਈਮ ਉਹਨਾਂ ਦੀ ਡਾਇਰੈਕਟੋਰਲ ਡੈਬਿਊ ਹੈ, ਬਟ ਉਹ ਮਨ ਜੀ ਨੂੰ ਕਾਫੀ ਅਸਿਸਟ ਕਰ ਚੁੱਕੇ ਨੇ ਪਹਿਲਾਂ ਫਿਲਮਾਂ 'ਚ। ਸਾਡੇ ਪ੍ਰੋਡਿਊਸਰ ਨੇ ਜੀ ਇੰਟੈਕਟ ਫਿਲਮਸ, ਹੈਰੀ ਪੰਨੂ ਤੇ ਵੈਰੀ ਫਿਲਮੀ ਪ੍ਰੋਡਕਸ਼ਨਸ, ਜਿਹੜੇ ਲੈ ਕੇ ਆ ਰਹੇ ਹੈ ਫਿਲਮ। ਇਨਫੈਂਟਰੀ ਫਿਲਮਸ ਜਿਹੜੇ ਡਿਸਟਰੀਬਿਊਟ ਕਰ ਰਹੇ ਹੈ ਕੈਨੇਡਾ, US, UK ਵਿੱਚ ਇਹ ਫਿਲਮ ਵੈਸੇ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ। ਐਂਡ ਆਫ ਕੋਰਸ ਵਿਰਨ ਐਂਟਰਟੇਨਮੈਂਟ, ਜਿਹੜੇ ਕਿ ਇਹਨਾਂ ਨੇ ਭਾਰ ਚੱਕਿਆ ਆਪਣੇ ਮੋਢਿਆਂ ਤੇ ਹੀ ਇਜ਼ ਡੂਇੰਗ ਅ ਰੀਲੀ ਗੁੱਡ ਜੌਬ ਟੂ ਲੈਟ ਪੀਪਲ ਨੋ ਕਿ ਇਹ ਸਾਡੀ ਫਿਲਮ ਆ ਰਹੀ ਹੈ। ਸੋ ਇਹ ਜੀ ਸਾਡੀ ਟੀਮ ਹੈਗੀ ਹੈ, ਮਿਹਨਤ ਸਾਰਿਆਂ ਦੀ ਬੜੀ ਲੱਗੀ ਹੈ ਇਹ ਫਿਲਮ ਬਣਾਉਣ ਲਈ, ਬਾਕੀ ਆਡੀਅנס ਫਾਈਨਲ ਜੱਜ ਹੁੰਦੀ ਹੈ। ਠੀਕ ਹੈ। ਅਕਸਰ ਅਸੀਂ ਇੱਥੇ ਗੱਲ ਕਰਦੇ ਹਾਂ, ਸਾਡੇ ਹੈਰੀਟੇਜ ਮਿਨਿਸਟਰਸ ਪਹਿਲਾਂ ਮਿਲਣੀ ਚਾਹੁੰਦੀ ਸੀ, ਨਾਓ ਸ਼ੀ ਇਜ਼ ਇਨ ਅ ਡਿਫਰੈਂਟ ਰੋਲ, ਨਾਓ ਫੋਰਨ ਅਫੇਅਰਸ ਦੇ ਵਿੱਚ ਆ ਗਏ ਨੇ ਉਹ। ਲੇਕਿਨ ਜੇ ਹੈਰੀਟੇਜ ਮਿਨਿਸਟਰ ਦੇ ਨਾਲ ਅੱਜ ਅਸੀਂ ਗੱਲ ਕਰੀਏ, ਤੇ ਕੀ ਤੁਹਾਡਾ ਸੁਜੈਸ਼ਨ ਹੈਗਾ ਹੈ ਕਿ ਕੈਨੇਡਾ ਕਿੱਦਾਂ ਫਿਲਮ ਮੇਕਿੰਗ ਨੂੰ ਇੱਥੇ ਕੈਨੇਡਾ ਦੇ ਵਿੱਚ ਪ੍ਰਮੋਟ ਕਰ ਸਕਦਾ ਹੈ? ਬਿਕੋਜ਼ ਹੁਣ ਪਿਛਲਾ ਜਿਹੜਾ ਸੈਂਸਸ ਆਇਆ ਸੀਗਾ ਕੈਨੇਡਾ ਦਾ, ਪੰਜਾਬੀ ਹੈਜ਼ ਇਮਰਜਡ ਐਜ਼ ਵਨ ਆਫ ਦ ਵੈਰੀ ਇੰਪੋਰਟੈਂਟ ਐਂਡ ਅ ਵੈਰੀ ਬਿਗ ਚੰਕ ਜਿਹੜੀ ਸਪੋਕਨ ਲੈਂਗੁਏਜ ਹੈ ਕੈਨੇਡਾ ਵਿੱਚ। ਸੋ ਉਹ ਹੁਣ ਗਵਰਨਮੈਂਟ ਤੇ ਨਾਲ ਸਾਨੂੰ ਵੀ ਪਤਾ ਹੋਣਾ ਚਾਹੀਦਾ, ਵੀ ਕੈਨੋਟ ਇਗਨੋਰ ਦ ਫੈਕਟ ਕਿ ਉਹ ਬਹੁਤ ਹੀ ਵੱਡਾ ਚੰਕ ਹੈਗਾ ਪੋਪੂਲੇਸ਼ਨ ਦਾ ਕੈਨੇਡਾ ਵਿੱਚ। ਸੋ ਪੰਜਾਬੀ ਫਿਲਮਾਂ ਜਿਹੜੀਆਂ ਹਾਲੇ ਬਣ ਰਹੀਆਂ ਸੀ, ਇੰਡੀਆ ਬਣ ਰਹੀਆਂ ਸੀ, UK ਬਣ ਰਹੀਆਂ ਸੀ, ਬਾਕੀ ਆਈ ਥਿੰਕ ਹੁਣ ਸਭ ਤੋਂ ਵੱਡਾ ਮਾਰਕੀਟ ਜਿਹੜੀ ਬਣਨ ਵਾਲੀ ਹੈ, ਇਮਰਜ ਹੋਣ ਵਾਲੀ ਹੈ, ਉਹ ਕੈਨੇਡਾ ਹੋਣੀ ਹੈ। ਬਿਕੋਜ਼ ਇੱਕ ਤੇ ਸਾਡੀ ਪੋਪੂਲੇਸ਼ਨ, ਦੂਜੀ ਜਿਹੜੇ ਸਿਨੇਮਾ ਸਾਨੂੰ ਮਿਲ ਰਹੇ ਹੈ, ਜਿਹੜੇ ਥੀਏਟਰਸ ਮਿਲਦੇ ਆ ਸਾਨੂੰ ਰਿਲੀਜ਼ ਲਈ ਇਨ ਕੈਨੇਡਾ, ਦੇ ਆਰ ਹਿਊਜ ਨੰਬਰ ਨਾਓ। ਐਂਡ ਤੁਸੀਂ ਦੇਖੋਗੇ ਹਰ ਫਿਲਮ ਨਾਲ ਇਨਕਰੀਜ਼ ਹੀ ਹੁੰਦੇ ਆ ਨੰਬਰਸ, ਅਸੀਂ ਘੱਟਦੇ ਨਹੀਂ ਵੇਖੇ। ਤੀਜੀ ਚੀਜ਼ ਜੀ, ਸਾਡੀ ਸਬਸਿਡੀ ਜਿਹੜੇ ਗ੍ਰਾਂਟਸ ਹੈਗੀ ਹੈ ਹੁਣ ਸਾਨੂੰ ਮਿਲ ਰਹੀਆਂ ਨੇ, ਬਿਕੋਜ਼ ਸਾਡੇ ਆਰਟਿਸਟ ਇੱਥੇ ਬਹੁਤ ਲੋਕ ਬੇਸਡ ਨੇ ਹੁਣ ਕੈਨੇਡਾ। ਈਵਨ ਕਰੂ ਜਿਹੜੇ ਡਾਇਰੈਕਟਰਸ ਨੇ ਉਹ ਕਾਫੀ ਮੂਵ ਕਰ ਗਏ ਫਰੋਮ ਪੰਜਾਬ ਇਨ ਕੈਨੇਡਾ। ਸੋ ਉਹ ਮਾਰਕੀਟ ਗਰੋ ਕਰਕੇ ਗਵਰਨਮੈਂਟ ਜਿਹੜੀ ਹੈ ਸਬਸਿਡੀ ਰੀਬੇਟ ਕਾਫੀ ਕੁਛ ਦੇ ਰਹੀ ਹੈ। ਸੋ ਆਈ ਇਨਕਰੇਜ ਕਿ ਲੋਕੀ ਜਿਹੜੇ ਪ੍ਰੋਡਿਊਸਰਸ ਨੇ, ਇੱਥੇ ਦੇ ਪ੍ਰੋਡਿਊਸਰਸ ਨੇ, ਇੱਥੇ ਬਣਾਉਣ। ਇਹ ਮਾਰਕੀਟ ਬਹੁਤ ਵਧੀਆ ਹੈ। ਪਲੱਸ ਯੂ ਗੈਟ ਸਬਸਿਡੀ ਬਿਕੋਜ਼ ਕਰੂ ਕਾਸਟ ਇੱਥੇ ਦੇ ਲੋਕਲ ਸਾਡੇ ਮਿਲ ਜਾਂਦੇ ਹੈ।
So it's a great market, booming market now. Booming market, बहुत बढ़िया. And now what would be your message to any elected officials with the Canadian government, whether at the federal, provincial or at the municipal level? What are your expectations from the industry perspective? Everyone wants to attract tourism, they want to make Canada as the destination for entertainment industry. So my biggest request to the government of Canada, federal and provincial, is that since there is a lot of influx and immigration which is happening from the country of India and South Asian countries, Bollywood is one of our biggest industries, Bollywood. We are trained actors, trained crew, trained directors, trained producers, technicians, etc. And we carry a certain experience with us. And when we come into Canada, because of lack of the Canadian experience, there is always a shortcoming of getting hired, as mainstream actors or technicians. So I think that needs to be resolved. And secondly, with institutions like Telefilm Canada or Film Fund Canada, they have funding for diversity, but a lot of institutions do not look at the regional languages, which is Punjabi, or as a film where they would give the grant to. They would only limit it to either English or a French language feature film or a content. So I request them that they should expand this horizon and grant the funds to Punjabi, Hindi, South Asian and various other multicultural languages, this grant and funding, so that people who are experienced, who come into the country in this particular field from different other countries, will also be supported. Right. Kulraj ji, I want to ask you, such an accomplished actor, what does happiness mean to you? For me, happiness is when I can bring smile to anybody. Anyone else? And it's happiness is totally, I honestly, this is what it really means now. By so much of, like, I worked and I still feel I'm so unaccomplished. I have so much more to do. I have so much of, there's so many people who worked harder than me. They've achieved more than me. But most important for me, my satisfaction is when I can make somebody happy. And genuinely happy, not by just pretending to make that other person happy, but genuinely, if I can do something for someone which can bring a smile to someone, could be my own, apart from your own parents and siblings and your close partners. I think when you do it for complete, people who you don't know, or you have just maybe working relationships or whatever, when you bring happiness to them, I think it's complete satisfaction. Wow, what are you listening to these days? Good one, that was a good one. Vrinjit, ਤੁਹਾਡੇ ਨਾਲ ਲਾਉਣਾ ਚਾਹਾਂਗਾ ਮੂਵੀ ਜਿਹੜੀ ਹੈਗੀ ਆ ਕਿਉਂਕਿ ਪਾਇਰੇਸੀ ਦੇ ਬਹੁਤ ਬੜਾ ਚੈਲੰਜ ਹੈ ਠੀਕ ਹੈ ਮੈਂ ਕੁਲਰਾਜ ਜੀ ਤੋਂ ਵੀ ਜ਼ਰੂਰ ਪੁੱਛਾਂਗਾ ਔਰ ਉਹਨਾਂ ਕੋਲ ਵੀ ਅਪੀਲ ਜ਼ਰੂਰ ਕਰਵਾਵਾਂਗੇ ਬਟ ਪਹਿਲਾਂ ਤੁਹਾਡੇ ਕੋਲੋਂ ਕਰਵਾਉਂਦੇ ਅਪੀਲ ਕਿ ਜਿਹੜੀ ਅਸੀਂ ਦੇਖਦੇ ਹਾਂ ਅੱਜ ਕੱਲ ਠੀਕ ਆਈਪੀ ਬਾਕਸ ਆਇਆ ਹੈ ਅਸੀਂ ਜ਼ਿਆਦਾ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦੇ ਲੇਕਿਨ ਉੱਥੇ ਵੀ ਮੂਵੀਜ਼ ਫਟਾਫਟ ਅਪਲੋਡ ਹੋ ਜਾਂਦੀਆਂ ਨੇ ਇੰਟਰਨੈਟ ਤੇ ਲੋਡ ਹੋ ਜਾਂਦੀਆਂ ਔਰ ਬਹੁਤ ਸਾਰੇ ਲੋਕ ਫਿਰ ਕਹਿੰਦੇ ਚਲੋ ਜੀ ਆਈਪੀ ਬਾਕਸ ਤੇ ਆ ਜਾਣੀ ਹੈ ਜਾਂ ਉੱਥੇ ਆ ਜਾਣੀ ਫਿਰ ਦੇਖ ਲਵਾਂਗੇ ਲੇਕਿਨ ਉਹਦੇ ਨਾਲ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਬਹੁਤ ਬੜਾ ਨੁਕਸਾਨ ਆਉਂਦਾ ਹੈ ਕਿਉਂਕਿ ਫਾਈਨੈਂਸ਼ੀਅਲ ਨੁਕਸਾਨ ਤੇ ਹੈਗਾ ਹੀ ਹੈਗਾ ਲੇਕਿਨ ਤੁਸੀਂ ਇਹ ਦੇਖੋ ਕਿ ਉਮੀਦਾਂ ਹੁੰਦੀਆਂ ਨੇ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਜੁੜਿਆ ਉਹ ਮਿਹਨਤ ਹੈ ਲੇਕਿਨ ਅਸੀਂ ਉਹਨੂੰ ਕਿਤੇ ਬਹੁਤ ਬੜਾ ਨੁਕਸਾਨ ਜਿਹੜਾ ਉਹ ਪਹੁੰਚਾ ਰਹੇ ਹਾਂ ਵਰਿੰਦਰ ਜੀ ਪਲੀਜ਼ ਹਾਂਜੀ ਤੁਸੀਂ ਨਾ ਮਤਲਬ ਕਹਿੰਦੇ ਦੁੱਖ ਦੀ ਨਬਜ਼ ਫੜ ਲਈ ਇਹਦੇ ਨਾਲ ਕਿਉਂਕਿ ਕੀ ਹੁਣ ਮੈਂ ਇਹਦੇ ਬਾਰੇ ਬੋਲੂੰਗਾ ਲੋਕਾਂ ਨੂੰ ਲੱਗਣਾ ਸ਼ਾਇਦ ਕਿਉਂਕਿ ਮੂਵੀ ਨਾਲ ਫਾਈਨੈਂਸ਼ੀਅਲੀ ਇਨਵੋਲਵਡ ਹੈਗੇ ਆ ਤੇ ਦੈਨ ਦੀ ਆਨਸਰ ਇਹ ਹੈਗਾ ਆ ਬਟ ਦੈਟ ਇਜ਼ ਨਾਟ ਦ ਕੇਸ ਹੁਣ ਇਹ ਤੁਸੀਂ ਆਹ ਦੇਖੋ ਜਦ ਇੱਕ ਮੂਵੀ ਬਣਦੀ ਆ ਉਹ ਮੂਵੀ ਦੇ ਅੰਦਰ ਐਕਟਰਸ ਹੈਗੇ ਆ ਯੈਸ ਉਹ ਮੂਵੀ ਦੇ ਅੰਦਰ ਪ੍ਰੋਡਿਊਸਰਸ ਹੈਗੇ ਆ ਯੈਸ ਸਟਾਰ ਕਾਸਟ ਹੈਗੀ ਆ ਪਰ ਉਹ ਮੂਵੀ ਦੇ ਅੰਦਰ ਇੱਕ ਸਪੌਟ ਬॉय ਵੀ ਹੈਗਾ ਉਹ ਮੂਵੀ ਦੇ ਅੰਦਰ ਇੱਕ ਕੇਟਰਿੰਗ ਕੰਪਨੀ ਵੀ ਹੈਗੀ ਆ ਉਹ ਮੂਵੀ ਦੇ ਅੰਦਰ ਕਿੰਨਾ ਕੁਝ ਹੁੰਦਾ ਹੈ ਉਹ ਇੱਕ ਕੰਮ ਆ ਇਹ ਜੋ ਫਿਲਮ ਫਰਟਰਨਿਟੀ ਆ ਮੇਰੇ ਲਈ ਜਾਂ ਮੇਰੀ ਟੀਮ ਦੇ ਲਈ ਇੱਕ ਕੰਮ ਆ ਚਾਹੇ ਉਹ ਸ਼ੋਅ ਹੋਵੇ ਚਾਹੇ ਮੂਵੀਜ਼ ਹੋਣ ਕਨਸਰਟਸ ਹੋਣ ਉਹਨਾਂ ਜੌਬਸ ਜੁੜੀਆਂ ਹੋਈਆਂ ਅਸੀਂ ਪਾਸਟ ਬਹੁਤ ਗੱਲਾਂ ਕੀਤੀਆਂ ਤੁਹਾਡੇ ਨਾਲ ਵੀ ਬਹਿ ਕੇ ਕਿ ਅਸੀਂ ਜੌਬਸ ਨੂੰ ਪ੍ਰਮੋਟ ਕਰਦੇ ਹਾਂ ਹਿਊਮੈਨਿਟੀ ਨੂੰ ਪ੍ਰਮੋਟ ਕਰਦੇ ਹਾਂ ਇਹ ਜੌਬਸ ਨੂੰ ਪ੍ਰਮੋਟ ਕਰਨ ਦਾ ਹੀ ਇੱਕ ਸੈਗਮੈਂਟ ਆ ਤੇ ਜਦ ਅਸੀਂ ਪਾਇਰੇਸੀ ਨਾਲ ਇਹ ਮੂਵੀਜ਼ ਦੇਖਦੇ ਪਏ ਅਸੀਂ ਕੀ ਕਰਦੇ ਪਏ ਜੌਬਸ ਨੂੰ ਐਲੀਮੀਨੇਟ ਕਰਦੇ ਪਏ ਹਾਂ ਤੇ ਇਸੇ ਲਈ ਮੈਂ ਇਸ ਚੀਜ਼ ਦੇ ਟੋਟਲੀ ਖਿਲਾਫ ਹਾਂ ਲਾਈਕ ਦੇਖੋ OTT ਤੇ ਮੂਵੀਆਂ ਦੇਖੋ ਜਦ
ਪ੍ਰੋਪਰ ਤਰੀਕੇ ਨਾਲ OTT ਤੇ ਰਿਲੀਜ਼ ਹੁੰਦੀਆਂ ਆ ਜਾਂ ਸੈਟਲਾਈਟ ਰਾਈਟਸ ਲਿੱਤੇ ਜਾਂਦੇ ਆ ਮੂਵੀ ਦੇ, ਕਿਉਂਕਿ ਇੱਕ ਐਕਟਰ ਤੇ ਐਕਟਰੈਸ ਦੀ ਮਿਹਨਤ ਤੋਂ ਬਿਯੋਂਡ ਬਹੁਤ ਸਾਰੇ ਅਦਰ ਐਲੀਮੈਂਟ ਜੁੜੇ ਹੋਏ ਆ ਇਸ ਮੂਵੀ ਦੇ ਨਾਲ, ਰਾਈਟ। ਇਸ ਮੂਵੀ ਦੇ ਨਾਲ ਨਹੀਂ, ਬਹੁਤ ਮੂਵੀਜ਼ ਦੇ ਨਾਲ। ਤੇ ਕੋਈ ਵੀ ਇੰਡਸਟਰੀ ਦੇ ਵਿੱਚ ਮੈਂ ਸਭ ਨੂੰ ਇਹ ਮੇਰੇ ਦਿਲੋਂ ਰਿਕੁਐਸਟ ਆ ਕਿ ਮੂਵੀਜ਼ ਨੂੰ ਪਲੀਜ਼ ਇੱਕ ਸਹੀ ਐਵੀਨਿਊ ਦੇ ਨਾਲ ਜਾ ਕੇ ਦੇਖੋ, ਕਿਉਂਕਿ ਪਰਿਵਾਰ ਚੱਲਦੇ ਪਏ ਆ ਮੂਵੀਆਂ ਦੇ ਉੱਤੇ। ਠੀਕ ਹੈ, ਹਾਂਜੀ। ਬੜੀ ਮਿਹਨਤ ਕਰਦੇ ਹੋ ਤੁਸੀਂ ਜਿਹੜੀ ਮੂਵੀ ਹੁਣ ਬਣਾਈ ਹੈ, ਔਰ ਹੋਰ ਬਹੁਤ ਸਾਰੇ ਅੱਗੇ ਤੁਸੀਂ ਕੰਮ ਕਰਨਾ ਹੈਗਾ। ਸੋ ਅਸੀਂ ਚਾਹੁੰਦੇ ਕਿ ਤੁਸੀਂ ਵੀ ਜ਼ਰੂਰ ਅਪੀਲ ਕਰੋ ਕਿ ਪਾਇਰੇਟਡ ਮੂਵੀਜ਼ ਨਾ ਦੇਖੋ, ਸਿਨੇਮਾ ਹਾਲ 'ਚ ਜਾਓ। ਉਹ ਕਹਿੰਦੇ ਮੈਂ ਹੱਥ ਵੀ ਕਿਸੇ ਦਾ ਫੜ ਕੇ ਰੋਕਾਂ, ਕਈ ਵਾਰੀ ਜਿਹਨੇ ਨਹੀਂ ਰੁਕਣਾ ਉਹਨੇ ਨਹੀਂ ਰੁਕਣਾ, ਬਟ I will tell you the reason why. If this is my point of view ਕਿ ਜਦੋਂ ਅਸੀਂ ਸਭ ਤੋਂ ਵੱਡੀ ਅੱਜ ਕੱਲ੍ਹ ਜੀ ਮੈਂ ਦੇਖ ਰਹੀ ਹਾਂ, ਕਈ ਵਾਰੀ ਮੈਂ ਲੋਕਾਂ ਦੇ ਫੈਮਲੀਜ਼ ਨੂੰ ਵਿਜ਼ਿਟ ਕਰਦੀ ਹਾਂ ਤੇ ਉਹ ਮੈਨੂੰ ਸਭ ਤੋਂ ਪਹਿਲਾਂ ਕਿ ਸਾਡੀ ਨਾ ਕਮਿਊਨੀਕੇਸ਼ਨ ਨਹੀਂ ਹੈ ਆਪਸ 'ਚ। ਸਾਡੇ ਬੱਚੇ ਅਸੀਂ ਡਾਈਨਿੰਗ ਹਾਲ ਤੇ ਬੈਠਦੇ ਆ, ਉਹ ਆਪਣੇ ਫੋਨ ਲੈ ਕੇ ਬੈਠੇ ਆ, ਤੁਸੀਂ ਆਪਣੇ ਫੋਨ, ਸਾਰੇ ਆਪਣੇ ਆਪਣੇ ਫੋਨ, ਕੋਈ ਗੱਲ ਨਹੀਂ ਕਰਦਾ, ਕੋਈ ਬਾਤ ਨਹੀਂ ਕਰਦਾ। ਸੋ ਆਈ ਸੈਡ ਓਕੇ, ਸੋ ਸੋਸ਼ਲ ਮੀਡੀਆ ਜਿੱਥੇ ਜਾਂਦੇ ਆ, ਉਹ ਰੈਸਟੋਰੈਂਟ ਚਲ ਜਾਈਏ, ਬਾਹਰ ਚਲ ਜਾਈਏ, ਪਾਰਕ 'ਚ ਚਲ ਜਾਈਏ, ਸਾਰਿਆਂ ਦੇ ਆਪਣੇ ਆਪਣੇ ਲੱਗੇ ਹੁੰਦੇ। ਓਕੇ, ਸੋ ਦਿਸ ਮਾਈ ਪਾਰਟ ਆਫ ਦ ਸੋਲਿਊਸ਼ਨ ਕਿ ਜੇ ਤੁਸੀਂ ਘਰ 'ਚ ਬਹਿ ਕੇ ਵੇਖ ਰਹੇ ਹੋ ਫਿਲਮ TV ਤੇ, ਜੋ ਬਾਕਸ ਤੇ ਜਾਂ ਕਿਸੇ ਤੇ ਵੀ ਤੁਸੀਂ ਦੇਖ ਰਹੇ ਹੋ ਵਰਜ਼ਨ, ਜਿਹੜੀ ਤੇ OTT ਤੇ ਆ ਰਹੀ ਹੈ, which is a paid version or whatever, you're still contributing to this thing. But ਮੇਰਾ ਆਪਣਾ ਮੰਨਣਾ ਹੈ as somebody who's an audience, ਜੇ ਮੈਂ audience ਹੈ, ਮੈਂ ਇੱਕ ਫਿਲਮ ਦੇਖ ਰਹੀ ਹਾਂ TV ਤੇ ਜੀ, ਮੇਰਾ ਫੋਨ ਆ ਗਿਆ, ਮੈਂ ਪੌਜ਼ ਕਰ ਦੂੰਗੀ ਉਹਨੂੰ, ਮੇਰਾ ਉਹਦੇ ਨਾਲ ਲਿੰਕ ਟੁੱਟ ਗਿਆ, ਉਸ ਸਬਜੈਕਟ ਨਾਲ, ਉਹ ਮੈਸੇਜ ਨਾਲ, ਉਹ ਤੇ ਅਸੀਂ ਫੋਨ ਚੱਕ ਲੈਂਦੇ ਹਾਂ ਕਿਸੇ ਦਾ ਫੋਨ, ਅਗਰ ਅੱਛਾ ਫਿਰ 15-20 ਮਿੰਟ ਬਾਅਦ ਅੱਛਾ ਹੁਣ ਭੁੱਖ ਲੱਗ ਗਈ, ਚਲੋ ਹੁਣ ਕੱਟ ਕਰਕੇ ਫਿਰ ਚੱਲ ਜੀਏ ਅਸੀਂ ਕੁਝ ਕਰਕੇ। ਸੋ ਯੂ ਡਿਸਕਨੈਕਟਡ ਵਿਦ ਦ ਐਕਚੁਅਲ, ਈਵਨ ਇਫ ਇਟਸ ਐਨ ਐਂਟਰਟੇਨਮੈਂਟ, it might not be your job, ये कोई मीटिंग नहीं चल रही होनी, ये जूम कॉल नहीं होनी, कोई स्काइप कॉल नहीं होनी ताड़े ऑफिस दी, but somewhere we are trying to enjoy and disconnect with other part of the life and saying okay this is my entertainment time, but you're not even giving that to yourself. So I suggest कि तुसी जदों at least theatre च जाने हो, उत्थे बैठ के फिल्म देखते हो, कम से कम 2 घंटे ਤੁਸੀਂ ਸ਼ਾਂਤੀ ਨਾਲ ਆਪਣਾ ਫੋਨ ਤੇ ਬੰਦ ਕਰ ਸਕਦੇ ਹੋ, ਯੂ نو ਆਪਣੀ ਵਾਈਫ ਨਾਲ, ਹਸਬੈਂਡ ਨਾਲ, ਬॉयਫ੍ਰੈਂਡ, ਗਰਲਫ੍ਰੈਂਡ, ਬੱਚਿਆਂ ਨਾਲ ਤੁਸੀਂ ਬਹਿ ਕੇ ਆਰਾਮ ਨਾਲ ਕਰਨਾ ਨਹੀਂ ਯਾਰ। ਐਂਡ ਆਫਟਰ ਦੈਟ देयर इज ਅ ਸੋਰਸ ਆਫ ਕਮਿਊਨੀਕੇਸ਼ਨ ਵੇਅਰ एवरीवन हैज अ ਕਮੈਂਟ। ਤੁਸੀਂ ਦੇਖੋਗੇ ਜਦੋਂ ਤੁਸੀਂ ਆਪਣੀ ਫੈਮਿਲੀ ਨਾਲ ਵੀ ਜਾਂਦੇ ਹੋਵੋਗੇ, ਫਿਲਮ ਤੁਸੀਂ ਦੇਖਦੇ ਹੋਵੋਗੇ, ਫਟਾਫਟ ਆ ਕੇ ਤੁਸੀਂ ਗੱਡੀ 'ਚ ਬੈਠਦੇ ਹੋ, ਸਾਰਿਆਂ ਦੇ ਕਮੈਂਟ ਹੁੰਦੇ ਆ, ਤੁਹਾਡੇ ਬੱਚਿਆਂ ਦੇ ਕਮੈਂਟ, ਨਹੀਂ ਮੈਨੂੰ ਆ ਨਹੀਂ ਚੰਗਾ ਲੱਗਿਆ, ਮੈਨੂੰ ਆ ਨਹੀਂ ਚੰਗਾ, ਵਾਈਫ ਕਹੂਗੀ ਨਹੀਂ ਆ ਠੀਕ ਸੀ, ਉਹ ਠੀਕ ਸੀ, ਹਸਬੈਂਡ। ਸੋ देयर इज अ सॉर्ट ऑफ a source of communication. So if we as filmmakers can start this source of conversation and saying that okay, we want you to go and watch this film, not just because of this time slot where you can dedicate yourself, but at the same time, as everyone here said, कि ਇਹਦੇ 'ਚ ਮਿਹਨਤ ਲੱਗੀ ਹੈ, ਇਹਦੇ 'ਚ ਪੈਸਾ ਲੱਗਿਆ ਹੈ, it's a business because the cycle has to run. ਜੇ ਤੁਸੀਂ ਜਾਓਗੇ ਨਹੀਂ ਥੀਏਟਰ 'ਚ, ਰੈਵਨਿਊ ਨਹੀਂ ਆਊਗਾ, ਪ੍ਰੋਡਿਊਸਰ ਨੂੰ ਪੈਸਾ ਨਹੀਂ ਬਣੂਗਾ, we cannot make films which are at par with either Hollywood, Bollywood, South film industry. So ਫਿਰ ਨਾ ਕੰਪਲੇਨ ਕਰਿਓ ਕਿ ਪੰਜਾਬੀ ਇੰਡਸਟਰੀ ਚੰਗੀ ਫਿਲਮਾਂ ਨਹੀਂ ਬਣਾਉਂਦੀ. So somewhere even the audience is responsible for that. ठीक है. You just mentioned about relationship, and the theme of this movie is also relationship, and you picked a very interesting word, that is communication. And I strongly believe if there is no communication, obviously there is no relationship at all. Do you agree with that, and what other factors do you think are very important in a good relationship? Totally, I'm a big advocate of saying that communication is the biggest problem in today's time. Be it your personal relationships, be it on your official relationships, your business relationships, everything. I think everything pretty much 99% can be resolved by a dialogue. You have to, but you have to speak up. I will not know what's in his mind, or he will not know what's in my mind until or unless I bring it on the table, without having our egos getting jammed and saying, oh, he's going to feel bad, you know, if I don't bring it up. But kite na kite je mere dil ch oh gal reh gayi hai, it will come up in another way, you know. And usually in a relationship it comes up as a burst of irritation or a fight. ਤੁਸੀਂ ਦੇਖੋਗੇ 90% ਜਦੋਂ ਅਸੀਂ ਲੜਾਈਆਂ ਕਰਦੇ ਹਾਂ, you know, within a couple or whatever, ਗੱਲ ਕੁਝ ਹੋਰ ਹੀ ਹੋਊਗੀ ਤੇ ਲੜਾਈ ਕਿਸੇ ਹੋਰ ਚੀਜ਼ ਤੇ ਹੋ ਰਹੀ ਹੋਊਗੀ. ਸੋ ਅਸੀਂ ਕਹਾਂਗੇ ਉਹ ਆ ਕਿਉਂ ਇੱਥੇ ਰੱਖਤਾ, ਇਹ ਛੱਡਤਾ ਇੱਥੇ, ਮੈਂ ਕਿਹਾ ਸੀਗਾ ਨਿਊਜ਼ਪੇਪਰ ਇੱਥੇ ਨਹੀਂ ਰੱਖਣਾ, ਉੱਥੇ ਵਾਪਸ ਰੱਖੋ. ਬਟ the whole point is that my
problem might not be this, but my problem with him might be somewhere else, which is actually coming out now. So ਉਹੀ ਕਹਿੰਦੇ ਆ ਕਿ ਸਾਡੇ ਦਾਦਕੇ ਨਾਨਕੇ ਇਹੀ ਕਹਿੰਦੇ ਸੀ ਕਿ ਜਿਹੜੀ ਵੀ ਗੱਲ ਹੋਈ ਕਹਿ ਛੱਡਣੀ ਚਾਹੀਦੀ ਹੈ, you know. So ਭਾਵੇਂ ਥੋੜੀ ਬਹੁਤ ਉਦੋਂ ਬੁਰਾ ਲੱਗ ਜੂਗਾ, but overall totality it resolves. But again, and I think we should be able to say sorry also to each other. ਠੀਕ ਹੈ ਜੀ। ਸਮੇਂ ਹੋਰ ਇਜਾਜ਼ਤ ਨਹੀਂ ਦਿੰਦਾ, ਔਰ ਜਾਣ ਤੋਂ ਪਹਿਲਾਂ ਇੱਕ ਤੋਂ ਸ਼ਾਰਟ ਕੁਐਸਚਨ ਜ਼ਰੂਰ ਰੱਖ ਲੈਂਦੇ ਔਰ ਮੁਸ਼ਕਿਲ ਕੁਐਸਚਨ ਪੁੱਛਣ ਦਾ ਵੀ ਸਮੇਂ ਹੈ ਇਹ। ਸੋ ਤੁਸੀਂ ਹੁਣੇ ਕਮਿਊਨੀਕੇਸ਼ਨ ਦੀ ਗੱਲ ਕੀਤੀ ਹੈਗੀ ਹੈ, ਔਰ ਜਿਮੀ ਜੀ ਦੇ ਨਾਲ ਇਸ ਮੂਵੀ ਦੇ ਵਿੱਚ ਮੈਂ ਕਰੈਕਟਰਸ ਦੀ ਹੁਣ ਮੈਂ ਗੱਲ ਕਰ ਰਿਹਾ ਨਾ ਪਰਸਨਲ ਲੈਵਲ, ਕਰੈਕਟਰਸ ਦੇ ਵਿੱਚ ਦੱਸੋ ਕਿ ਜਿਹੜੀ ਉਹ ਨੋਕ ਝੋਂਕ ਹੋ ਰਹੀ ਹੈ, ਉਹ ਕਮਿਊਨੀਕੇਸ਼ਨ ਗੈਪ ਹੈ, ਜਾਂ ਉਹਦੇ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਜ਼ਰੂਰ ਦੱਸੋ। ਬਿਲਕੁਲ ਜੀ, ਸਾਡੇ ਕੈਰੈਕਟਰਸ ਨੇ ਜਿਮੀ ਜੀ ਇਹਦੇ ਚ ਪਲੇ ਕਰ ਰਹੇ ਹੈ, ਮੇਰੇ ਹਸਬੈਂਡ ਪਲੇ ਕਰ ਰਹੇ, ਮੈਂ ਉਹਨਾਂ ਦੀ ਵਾਈਫ। ਸੋ ਜਿਹੜੀ ਕੈਲੀ ਹੈਗੀ ਮੇਰੇ ਕੈਰੈਕਟਰ ਦਾ ਨਾਂ ਹੈਗਾ, ਐਂਡ ਉਹਨਾਂ ਦਾ ਨਾਂ ਫਿਲਮ ਚ ਗੈਰੀ ਹੈਗਾ। ਸੋ ਕੈਲੀ ਇਜ਼ ਅ ਵਰਕਿੰਗ ਵੂਮਨ ਇਨ ਲੰਡਨ, ਤੇ ਉਹ ਆਪਣਾ ਕੰਮ ਕਾਜ ਕਰਦੇ ਨੇ, ਤੇ ਉਹ ਗੈਰੀ you know, he's also working, but ਕਿੱਦਾਂ ਜਿੱਦਾਂ typically ਸਾਡੇ ਕਲਚਰ 'ਚ ਥੋੜਾ ਜਿਹਾ possessiveness ਹੋ ਜਾਂਦੀ ਹੈ, ਹਸਬੈਂਡ ਜੇ ਵਾਈਫ ਵਰਕਿੰਗ ਹੈ ਤੇ ਕਦੀ ਲੇਟ ਹੋ ਗਈ, ਕਦੀ ਐਂਡ these are small things, but ਉਹ small ਨੂੰ ਵੱਡਾ ਕਰਦੇ 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 ਕਿਤੇ ਨਾ ਕਿਤੇ ਉਹ ਕਮਿਊਨੀਕੇਸ਼ਨ ਨਹੀਂ, ਹਸਬੈਂਡ ਵਾਈਫ ਨੂੰ ਟਾਈਮ ਨਹੀਂ ਮਿਲਦਾ ਆਪਸ 'ਚ, ਬਿਕੋਜ਼ ਕਈ ਵਾਰੀ ਬੱਚੇ ਨੂੰ ਟਾਈਮ ਦੇਣਾ ਪੈਂਦਾ ਹੈ, ਇਨ-ਲॉज ਨੂੰ ਕੰਮ ਵੱਲ ਇੰਨਾ ਬਿਜ਼ੀ ਹੋ ਗਏ ਕਿ ਆਪਸ 'ਚ ਟਾਈਮ ਵੀ ਨਹੀਂ ਕੱਢ ਸਕਦੇ ਦੋਨੋਂ ਹਸਬੈਂਡ ਵਾਈਫ ਬਹਿ ਕੇ ਆਰਾਮ ਨਾਲ ਕਿਤੇ, ਯੂ ਨੋ। ਇੱਥੇ ਜਿੱਦਾਂ ਕੈਨੇਡਾ ਜਾਂ ਮੈਂ ਦੇਖਾ ਬਾਹਰਲੀ ਕੰਟਰੀਜ਼ 'ਚ ਡੇਟ ਨਾਈਟਸ ਬੜਾ ਟ੍ਰੈਂਡ ਹੈ ਜੀ, ਕਿ ਸਪੈਸੀਫਿਕਲੀ ਉਹ ਟਾਈਮ ਕੱਢ ਕੇ ਹਸਬੈਂਡ ਵਾਈਫ ਆਪਣਾ ਛੁੱਟੀ ਕਰਕੇ ਉਹਨੇ 2 ਘੰਟੇ 3 ਘੰਟੇ ਉਹ ਆਊਟਿੰਗ ਲੈਂਦੇ। ਆਈ ਥਿੰਕ ਇਟਸ ਅ ਵੈਰੀ ਗੁੱਡ ਟ੍ਰੈਂਡ, ਯੂ ਨੋ। ਸੋ ਉਹਦਾ ਆਪਾਂ ਥੋੜੀ ਜਿਹੀ ਕੋਸ਼ਿਸ਼ ਕਰੀਏ। ਬਟ ਕਮਿੰਗ ਬੈਕ ਟੂ ਦ ਫਿਲਮ, ਸੋ ਜਿਮੀ ਐਂਡ ਮਾਈ ਸੈਲਫ, ਦਿਸ ਇਜ਼ ਆਰ ਕੈਰੈਕਟਰ। ਸਾਡੀ ਕਾਮੇਡੀ ਵੀ ਹੈ ਇਹਦੇ 'ਚ, ਥੋੜਾ ਜਿਹਾ ਮਾਮਲਾ ਰੋਮਾਂਸ ਹੈਗਾ, ਐਂਡ ਥੋੜਾ ਐਕਸ਼ਨ ਵੀ ਹੈਗਾ। ਮੇਰੇ ਤੇ ਉਹਨਾਂ 'ਚ ਐਕਸ਼ਨ ਵੀ ਹੈਗਾ, ਬਟ ਓਵਰਆਲ ਦ ਫਿਲਮ ਇਜ਼ ਜੀ ਟੋਟਲ ਪੈਕੇਜ। ਠੀਕ ਹੈ ਜੀ। ਬ੍ਰਿੰਜ ਜੀ, ਜਾਣ ਤੋਂ ਪਹਿਲਾਂ ਤੁਸੀਂ ਕੁਝ ਵੀ ਹੋਰ ਐਡ ਕਰਨਾ ਚਾਹੋ ਸਾਡੇ ਦਰਸ਼ਕਾਂ ਦੇ ਵਾਸਤੇ? ਬਸ ਮੈਂ ਆਹੀ ਕਹਿਣਾ ਚਾਹੁੰਦਾ ਕਿ ਹਮੇਸ਼ਾ ਰਿਕੁਐਸਟ ਕੀਤੀ ਜਾਂਦੀ ਆ ਕਿ ਕੰਟੈਂਟ ਲੈ ਕੇ ਆਈਏ। ਪੰਜਾਬੀ ਫਿਲਮਸ ਬਸ ਉਹੀ ਇੱਕ ਕਾਮੇਡੀ ਨੂੰ ਪ੍ਰਮੋਟ ਕਰਦੀਆਂ ਆ। ਅਸੀਂ ਅਲੱਗ ਇੰਡਸਟਰੀਜ਼ ਤੋਂ ਬੜੇ ਅੱਡ ਆ ਜਾਂ ਪਿੱਛੇ ਆ ਜਾਂ ਕੋਈ ਵੀ ਕੰਟੈਕਸਟ, ਕਿਉਂਕਿ ਮੈਂ ਦੁਨੀਆ ਘੁੰਮਦਾ ਰਹਿੰਦਾ ਤਾਂ ਇੱਦਾਂ ਦੀ ਕਨਵਰਸੇਸ਼ਨ ਬਹੁਤ ਹੁੰਦੀਆਂ ਰਹਿੰਦੀਆਂ। ਹੁਣ ਇੱਕ ਇੱਦਾਂ ਦਾ ਪ੍ਰੋਜੈਕਟ ਲੈ ਕੇ ਆਏ ਜਿੱਥੇ ਤੁਹਾਨੂੰ ਸਾਰਾ ਕੁਝ ਮਿਲਦਾ ਪਿਆ ਆ। ਵੈਰੀ ਹਾਈ ਪ੍ਰੋਡਕਸ਼ਨ, ਵੈਰੀ ਵੈਲ ਸ਼ਾਟ ਫਿਲਮ, 2 of the leading stars of our generation, ਵਾਕਮਾਲ ਐਕਟਿੰਗ, ਵਾਕਮਾਲ ਮਿਊਜ਼ਿਕ ਆ, ਲੋਕੇਸ਼ਨਸ UK ਸ਼ੂਟ ਹੋਈ ਆ, ਬਹੁਤ ਪਿਆਰੀ ਲੋਕੇਸ਼ਨਸ ਆ। ਸੋ ਹੁਣ ਆਡੀਅנס ਤੇ ਆ ਕਿ ਤੁਸੀਂ ਜੋ ਚੀਜ਼ ਮੰਗਦੇ ਹੋ, ਤੁਹਾਨੂੰ ਉਹ ਬਾਲੀਵੁੱਡ ਵੀ ਚਾਹੀਦਾ ਆ, ਬਾਲੀਵੁੱਡ ਵੀ ਚਾਹੀਦਾ ਆ, ਸਾਊਥ ਦੀ ਯੂ ਨੋ ਥੋੜੀ ਫੰਕੀਨੈਸ ਵੀ, ਸਭ ਕੁਝ ਤੁਹਾਨੂੰ ਇੱਕ ਫਿਲਮ 'ਚ ਮਿਲਦਾ ਪਿਆ। ਸੋ ਨਾਓ ਡਸ ਦੀ ਆਡੀਅנס ਗੋ ਐਂਡ ਡਿਲੀਵਰ ਐਟ ਦ ਬਾਕਸ ਆਫਿਸ, ਦੈਟਸ ਇੰਪੋਰਟੈਂਟ। ਸੋ ਮੈਂ ਆਡੀਅנס ਨੂੰ ਕੋਈ ਦਿਲੋਂ ਰਿਕੁਐਸਟ ਕਰੂੰਗਾ ਕਿ ਪਲੀਜ਼ ਸਾਰੇ ਹੁਮਾ ਕੇ ਵੱਡੇ ਨੰਬਰਸ ਦੇ ਵਿੱਚ ਪ੍ਰੀ ਬੁਕਿੰਗਸ ਸ਼ੁਰੂ ਹੋ ਚੁੱਕੀਆਂ, ਬੁਕਿੰਗਸ ਕਰੋ ਤੇ ਸਿਨੇਮਾ ਹਾਲ 'ਚ ਪਹੁੰਚ ਕੇ ਮੂਵੀ ਦੇਖੋ। ਫਰਾਈਡੇ ਨੂੰ ਲੱਗ ਜਾਣੀ ਆ, ਵੈਲੈਂਟਾਈਨ ਦਾ ਵੀਕਐਂਡ ਆਪਣੇ ਪੇਰੈਂਟਸ ਨਾਲ, ਗਰਲਫ੍ਰੈਂਡਸ ਨਾਲ, ਵਾਈਫਸ ਨਾਲ, ਹਸਬੈਂਡਸ ਨਾਲ ਜਾ ਕੇ ਇੰਜੋਏ ਕਰੋ, ਚਾਹੇ ਫਰੈਂਡਸ ਨਾਲ ਜੁਗਲਬੰਦੀ ਕਰੋ ਉੱਥੇ ਜਾ ਕੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ। Kulraj ji, you're vibrating at a very high energy, and I think we can all feel your aura. So, any particular reason for that? You know, ਜਦੋਂ ਇੰਨੇ ਵਧੀਆ ਲੋਕੀ ਨਾਲ ਹੋਣ ਤੇ ਵਾਈਬ੍ਰੇਸ਼ਨ ਆਪ ਹੀ ਵੱਧ ਜਾਂਦੀ ਹੈ। ਸੋ ਆਈ ਥਿੰਕ you need to keep a positive outlook, likewise. ਸਾਡਾ ਮੋਟਿਵ ਇੱਕੋ ਹੀ ਹੈ ਕਿ ਸਾਡੀ ਆਡੀਅנס ਨੂੰ ਅਸੀਂ ਲੈ ਕੇ ਜਾਈਏ, ਇੱਕ ਐਂਟਰਟੇਨਿੰਗ ਫਿਲਮ ਦੇਈਏ। ਬਾਕੀ ਫਿਲਮਾਂ ਬਹੁਤ ਆ ਰਹੀਆਂ ਨੇ, ਸਾਰੇ ਮਿਹਨਤ ਕਰਦੇ ਆ, ਸਾਰੇ ਚੰਗੀ ਫਿਲਮਾਂ ਕਰਦੇ ਆ। ਵੀ ਵਿਸ਼ them also the best, ਬਟ ਇਹੀ ਰਿਕੁਐਸਟ ਹੈ ਜੀ, ਪਾਇਰੇਸੀ ਤੇ ਗੰਦਾ ਜਿਹਾ ਪ੍ਰਿੰਟ ਹੁੰਦਾ ਉਹ ਨਾ ਵੇਖਿਓ। ਕਈ ਵਾਰੀ ਕਲਾਈਮੈਕਸ ਹੀ ਕੱਟ ਦਿੰਦੇ ਆ, ਉਹ ਵੀ ਹੋਰ ਫਿਰ ਚੰਗਾ ਨਹੀਂ, ਫਿਰ ਸਾਨੂੰ ਬਲੇਮ ਆਉਂਦਾ ਕਿ ਆਹ ਕੀ ਬਣਾਈ ਸੀ ਫਿਲਮ, ਤੇ ਉਹ ਵਿੱਚ ਨਹੀਂ ਪਤਾ ਹੁੰਦਾ ਕਿ ਉਹ ਪ੍ਰਿੰਟ ਹੀ ਉਹ ਯੂ ਨੋ ਖਰਾਬ ਪਾਏ ਹੋਏ ਆ। ਸੋ ਪਲੀਜ਼ ਜਾ ਕੇ ਥੀਏਟਰ 'ਚ ਜੀ ਇੰਜੋਏ ਕਰੋ, ਵਧੀਆ ਫਿਲਮ ਹੈ। 10th of February ਨੂੰ ਰਿਲੀਜ਼ ਹੋ ਰਹੀ ਹੈ, ਵੈਲੈਂਟਾਈਨ ਵੀਕਐਂਡ ਹੈ, ਥੋੜਾ ਜਿਹਾ ਟਾਈਮ ਕੱਢ ਕੇ ਚੱਲ ਜਾਓਗੇ ਤੇ ਵਧੀਆ ਲੱਗੂਗਾ। ਠੀਕ ਹੈ ਪ੍ਰਿੰਜ ਜੀ, ਥੈਂਕ ਯੂ ਸੋ ਮਚ। ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ। ਥੈਂਕ ਯੂ ਮਚ। ਕੁਲਰਾਜ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ ਸਟੂਡੀਓ 'ਚ ਆਏ। ਵਾਈ ਮੀਡੀਆ ਦੀ ਤਰਫੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਥੈਂਕ ਯੂ ਜੀ, ਤੁਸੀਂ ਸਾਨੂੰ ਟਾਈਮ ਦਿੱਤਾ ਇੱਥੇ ਆ ਕੇ ਸਾਂਝੇ ਕਰਨ ਲਈ ਆਪਣੇ ਥਾਟਸ ਤੁਹਾਡੇ ਵਿਊਅਰਸ ਨਾਲ। ਥੈਂਕ ਯੂ ਸੋ ਮਚ। ਇੱਕ ਥਾਟ ਪ੍ਰੋਸੈਸ ਬਣਿਆ ਹੋਇਆ ਤੁਹਾਡੇ ਕੋਲ ਆ ਗਏ ਤੇ ਮੂਵੀ ਹਿੱਟ ਆ। ਸੋ ਥੈਂਕ ਯੂ। ਸੋ ਕਾਈਂਡ ਆਫ ਯੂ ਸਰ, ਸੋ ਕਾਈਂਡ ਆਫ ਯੂ। ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦੀ ਸਾਡੀ ਇੱਕ ਖਾਸ ਪੇਸ਼ਕਸ਼ ਜਿਹੜੀ ਹੈ ਜ਼ਰੂਰ ਪਸੰਦ ਕੀਤੀ ਹੋਏਗੀ। ਯੂਟਿਊਬ ਜਸਵਾਲ ਨੂੰ ਇੱਥੇ ਇਜਾਜ਼ਤ ਦਿਓ, ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਵਾਈ ਮੀਡੀਆ ਦੇ ਨਾਲ।
Hi, this is Priyanka Chopra and you're watching Channel Y. The biggest South Asian media group, Y Media. Y Media Group, established in 2001, is a media company with a 360-degree approach in reaching our audience over 5 platforms: television, radio, newspaper, online news portal, and mobile app. Y Media has newspaper, midweek, radio, South Asian Pulse. Hi, I'm Amitabh Bachchan, and you're listening to South Asian Pulse. Hi, this is Amir Khan, and you're listening to South Asian Pulse. अब हर दिन सुने GTA का नंबर 1 रेडियो स्टेशन FM 91.9 All English 24/7 television network and Y Media Plus. You are watching Channel Y. Channel Y. Prime Minister, welcome. It's a pleasure to be here. It's a pleasure to be back. Online, SouthAsianDaily.com. The biggest South Asian media group, Y Media.